ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵਾ ਹਿਰਦੇ ਧਿਆਵਾ ਸ਼੍ਰੀ ਗੁਰ ਰਾਮਦਾਸ ਗੁਣ ਗਾਵਾ ਸ਼੍ਰੀ ਅਰਜਨ ਬਿਘਨ ਕੇ ਨਾਸ਼ਕ ਬਿਘਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਤਿਨ ਸੰਤਨ ਕਉ ਬੰਦਨਾ
ਸਿਰ ਚਰਨਨ ਪਰ ਧਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਚਾਪਈ ਬੰਦਨ ਬਿੰਦ ਬਦਨ ਬਰ ਚੰਦਨ, ਚੰਦਨ ਸਾਮ ਅਰਬਿੰਦ ਮਨਿੰਦਨ। ਨਿੰਦ ਨ ਜਿਹ ਸੁਰ ਕਰ ਅਭਿਨੰਦਨ, ਨੰਦਨ ਜਗ ਬਾਨੀ ਪਦ ਬੰਦਨ। ਬੰਦਨ ਬਿੰਦ ਬਦਨ ਬਰ ਚੰਦਨ, ਚੰਦ ਨ ਸਾਮ ਅਰਬਿੰਦ ਮਨਿੰਦਨ। ਨਿੰਦ ਨ ਜਿਹ ਸੁਰ ਕਰ ਅਭਿਨੰਦਨ, ਨੰਦਨ ਜਗ ਬਾਨੀ ਪਦ ਬੰਦਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ ਜਾਹਰਾ ਜਹੂਰ, ਦੀਨਾ ਬੰਧੂ ਭਗਤ ਵਛਲ। 10 ਪਾਤਸ਼ਾਹੀਆਂ ਜੀ ਕੇ ਪਾਵਨ ਪਵਿੱਤਰ ਸਰੂਪ, ਕਰੁਣਾ ਨਿਧਾਨ ਜਗ ਦਾਤੇ ਭਗਤ ਵਛਲ। ਧੰਨ 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 ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਦੀਵਾਨ ਅੰਦਰ ਹਾਜ਼ਰੀਆਂ ਭਰ ਰਹੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਵਡਭਾਗੇ ਹੋ ਜਿਨ੍ਹਾਂ ਨੂੰ ਸੰਧਿਆ ਦੇ ਸਜ ਰਹੇ ਦੀਵਾਨ ਅੰਦਰ ਗੁਰੂ ਗਰੀਬ ਨਵਾਜ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਧੰਨ 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 ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਦਇਆ ਸਦਕਾ ਇਹ ਸਤ ਸੰਗਤ ਦੀਆਂ ਪਾਵਨ ਪਵਿੱਤਰ ਘੜੀਆਂ ਮਾਨਣੇ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਨਿਤਾ ਪ੍ਰਤੀ ਆਪਣੇ ਕੰਮਾਂ ਕਾਰਾਂ ਨੂੰ ਸੰਕੋਚਦਿਆਂ ਹੋਇਆਂ ਆਪ ਸਭ ਸੰਗਤਾਂ ਸਤਿਗੁਰਾਂ ਦੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰ ਗੁਰੂ ਦਰਬਾਰ ਸੱਚੇ ਪਾਤਸ਼ਾਹ ਜੀਆਂ ਦੇ ਪਾਸੋਂ ਖੁਸ਼ੀਆਂ ਮਿਹਰਾਮਤਾਂ ਦੀ ਦਾਤ ਪ੍ਰਾਪਤ ਕਰ ਰਹੇ ਹੋ। ਜਿਸ ਪ੍ਰਕਾਰ ਪਿਛੇ ਦੀਵਾਨਾਂ ਵਿੱਚ ਆਪ ਸਭ ਸੰਗਤਾਂ ਖਾਲਸਾ ਜੀ ਕਥਾ ਪ੍ਰਸੰਗ ਸ਼ਰਵਣ ਕੀਤਾ ਹੈ, ਇਹ ਉਹ ਪਾਵਨ ਪਵਿੱਤਰ ਇਤਿਹਾਸ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਗਾਥਾ ਜਿਹੜੀ ਧੰਨ ਬਾਬਾ ਰਾਮ ਕੋਇਰ ਜੀਆਂ ਨੇ ਹਜ਼ੂਰ ਸਾਹਿਬ ਤੋਂ ਆਏ ਵਿਰਾਗ ਦੇ ਵਿੱਚ ਭਿੱਜੇ ਹੋਏ 13 ਸਿੰਘਾਂ ਦੇ ਪਾਸ ਉਚਾਰਨ ਕੀਤੀ। ਉਹ ਸਾਰਾ ਇਤਿਹਾਸ ਜਿਵੇਂ ਜਿਵੇਂ ਪ੍ਰਸੰਗ ਚੱਲਿਆ ਪਿੱਛੇ ਆਪ ਜੀਆਂ ਸ਼ਰਵਣ ਕੀਤਾ। ਤੋ ਕੱਲ ਦੇ ਦੀਵਾਨ ਵਿੱਚ ਜਥਾ ਪ੍ਰਸੰਗ ਆਪ ਜੀਆਂ ਸ਼ਰਵਣ ਕੀਤਾ ਹੈ। ਬਾਬਾ ਰਾਮ ਕੋਇਰ ਜੀਆਂ ਦੀ ਬਾਬਤ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਕੁਝ ਕੁ ਉਹਨਾਂ ਦਾ ਪ੍ਰਸੰਗ ਕਿ ਬਾਬਾ ਬੁੱਢਾ ਸਾਹਿਬ ਜੀਆਂ ਦੀ 7ਵੀਂ ਅੰਸ਼ ਵਿੱਚ ਭਾਈ ਰਾਮ ਕੋਇਰ ਜੀ ਮਹਾਂਪੁਰਸ਼ ਬ੍ਰਹਮ ਗਿਆਨੀ ਪੈਦਾ ਹੋਏ। ਪਿੱਛੇ ਜਿਵੇਂ ਵੀ ਉਹ ਸਾਰਾ ਪ੍ਰਸੰਗ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਭਾਈ ਭਾਨਾ ਜੀ ਦਾ ਜਨਮ ਹੋਣਾ, ਤਿੰਨਾਂ ਦੇ ਘਰ ਭਾਈ ਸਰਵਣ ਸਿੰਘ ਜੀ, ਇਸ ਪ੍ਰਕਾਰ ਅੱਗੇ ਭਾਈ ਜਲਾਲ ਜੀ, ਇਹ ਸਾਰੇ ਖਾਲਸਾ ਜੀ ਬ੍ਰਹਮ ਗਿਆਨੀ ਤਤ ਬੇਤੇ ਸਨ। ਤਿੰਨਾਂ ਦੇ ਘਰ ਫਿਰ ਭਾਈ ਚੰਡਾ ਜੀ ਦਾ ਜਨਮ ਹੋਣਾ, ਭਾਈ ਚੰਡਾ ਜੀ ਦੇ ਗ੍ਰਹਿ ਵਿਖੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਣਾ, ਬਾਬਾ ਗੁਰਦਿੱਤਾ ਜੀ ਦੇ ਘਰ ਧੰਨ ਬਾਬਾ ਰਾਮ ਕੋਇਰ ਜੀ ਤਿੰਨਾਂ ਨੇ ਜਨਮ ਲਿਆ ਹੈ। ਤੋ ਇਹ ਸਾਰੀ ਬਾਬਾ ਬੁੱਢਾ ਸਾਹਿਬ ਜੀਆਂ ਦੀ ਅੰਸ ਬੰਸ ਨੇ ਕਿੰਨੀ ਮਹਾਨ ਸੇਵਾ ਕੀਤੀ ਗੁਰੂ ਘਰ ਦੀ, ਸਾਰਾ ਪ੍ਰਸੰਗ ਆਪਾਂ ਕੱਲ ਸ਼ਰਵਣ ਕੀਤਾ ਹੈ। ਤੋ ਇਸੇ ਪ੍ਰਕਾਰ ਫਿਰ ਬਾਬਾ ਰਾਮ ਕੋਇਰ ਜੀਆਂ ਦਾ ਸੁਭਾਅ ਕੈਸਾ ਸੀ।
ਉਹਦੀ ਬਾਬਤ ਕਵੀ ਜੀ ਸਾਨੂੰ ਦੱਸੋ। ਇਹ ਸਿੱਖਾਂ ਬੇਨਤੀ ਕੀਤੀ ਜਾਂ ਇਸ ਪ੍ਰਕਾਰ ਕਵੀ ਸੰਤੋਖ ਸਿੰਘ ਸਾਹਿਬ ਜੀ ਦੇ ਪਾਸ ਜਿਹੜੇ ਸਿੰਘ ਕਥਾ ਸੁਣ ਰਹੇ ਸਨ ਇਹਨਾਂ ਦੀ ਬੇਨਤੀ ਕਰਨੀ ਕਿ ਸਾਨੂੰ ਦੱਸੋ ਕਿ ਬਾਬਾ ਰਾਮ ਕੌਰ ਜੀਆਂ ਦਾ ਸਰੂਪ ਕੈਸਾ ਸੀ, ਕਿਹੋ ਜਿਹੇ ਦਿਸਦੇ ਸਨ, ਸੁਭਾਅ, ਚਰਿੱਤਰ, ਆਚਰਣ, ਨਿਤ ਕਿਰਿਆ ਕੈਸੀ ਸੀ। ਉਹ ਫਿਰ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਸਿੰਘਾਂ ਦੇ ਬਚਨ ਕਰਨ ਤੇ ਫਿਰ ਉਹ ਬਾਬਾ ਰਾਮ ਕੌਰ ਜੀਆਂ ਦਾ ਕੁਝ ਪ੍ਰਸੰਗ ਸੁਣਾਉਣਾ ਕੀਤਾ। ਐਸੇ ਸਨ ਬਾਬਾ ਰਾਮ ਕੌਰ ਜੀ ਕਿ ਜਿਵੇਂ ਉਹ ਜਿਹੜਾ ਬਚਨ ਮੁਖੋਂ ਕਰਦੇ ਉਹੀ ਤਤਕਾਲ ਹੀ ਫੁਰ ਜਾਂਦਾ, ਚਾਹੇ ਉਹ ਬਚਨ ਸੁਤੇ ਸਿੱਧ ਖਾਲਸਾ ਜੀ ਮਨ ਵਿੱਚ ਵਲਛਲ ਤਾਂ ਕੋਈ ਹੈ ਨਹੀਂ ਸੀ। ਜਿਵੇਂ ਵੀ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋ ਬੰਦੇ, ਜਿਵੇਂ ਮੁਖੋਂ ਬੋਲਦੇ ਜੋ ਗੱਲ ਮਨ ਵਿੱਚ ਹੁੰਦੀ ਉਹੀ ਰਸਨਾ ਤੇ ਹੁੰਦੀ। ਜਿਹੋ ਜਿਹਾ ਮਨ ਸੀ ਉਹੋ ਜਿਹਾ ਹੀ ਮੁਖ ਸੀ ਖਾਲਸਾ ਜੀ। ਤੋ ਇਸੇ ਪ੍ਰਕਾਰ ਪੂਰੇ ਸੂਰੇ ਮਹਾਂਪੁਰਸ਼ਾਂ ਦੇ ਫਿਰ ਬਚਨ ਪੂਰੇ ਹੋ ਜਾਂਦੇ। ਜਿਵੇਂ ਉਹ ਪ੍ਰਸੰਗ ਸ਼ਰਵਣ ਕੀਤਾ, ਇੱਕ ਜ਼ਮੀਂਦਾਰ ਦੇ ਉਹ ਘਰ ਵਿੱਚ ਬਰਸ਼ੀ ਮਨਾਉਣ ਤੇ ਆਪਣੇ ਬਜ਼ੁਰਗਾਂ ਦੀ ਤੇ ਖੀਰ ਬੜੀ ਸੁੰਦਰ ਬਣਾ ਸਵਾਰ ਕੇ ਥਾਲ ਜਿਹੜਾ ਮਹਾਂਪੁਰਸ਼ਾਂ ਦੇ ਅੱਗੇ ਲਿਆਣ ਰੱਖਣਾ। ਛਕ ਕੇ ਚੰਗਾ ਤ੍ਰਿਪਤ ਹੋ ਕਰਕੇ ਪੁੱਛਿਆ ਕਿ ਭਾਈ ਕਾਹਦੀ ਬਾਬਤ ਸਾਡੇ ਤਾਈਂ ਇਹ ਖੀਰ ਕਿਉਂ ਬਣਾਉਣਾ ਕੀਤੀ ਹੈ। ਕਹਿੰਦੇ ਜੀ ਘਰ ਵਿੱਚ ਪਿੱਛੇ ਕੋਈ ਬਜ਼ੁਰਗ ਚੜ੍ਹਾਈ ਕੀਤੇ ਸੀ, ਤਿਨਾਂ ਦੀ ਬਰਸੀ ਮਨਾਈ ਹੈ। ਅੱਛਾ ਫਿਰ ਭਾਈ ਇਹੋ ਜਿਹੇ ਸਮਾਗਮ ਹੁੰਦੇ ਹੀ ਰਹਿਣ, ਬਰਸੀਆਂ ਮਨਾਉਂਦੇ ਹੀ ਰਹੋ। ਇਹੋ ਜਿਹੇ ਬਚਨ ਖਾਲਸਾ ਜੀ ਕੀਤੇ। ਨਗਰ ਵਿੱਚ ਰੋਜ਼ ਹੀ ਇੱਕ ਪੁਰਾਣੀ ਚੜ੍ਹਾਈ ਕਰ ਜਿਆ ਕਰੇ। ਪਿੰਡ ਨੂੰ ਫਿਕਰ ਪੈ ਗਿਆ। ਜਦੋਂ ਪਿੰਡ ਵਿੱਚ ਵਿਹਲ ਪੈਣੀ ਸ਼ੁਰੂ ਹੋਈ, ਸਿਆਣਿਆਂ ਵਿਚਾਰ ਕੀਤੀ ਵੀ ਪਿੰਡ ਤੋਂ ਇਹੋ ਜਿਹਾ ਕਿਹੜਾ ਗੁਨਾਹ ਹੋ ਗਿਆ ਹੈ ਜਿਸ ਕਰਕੇ ਇੰਨੀ ਜਿਹੜੀ ਹੈ ਉਹ ਮੌਤ ਹੋ ਰਹੀ। ਨਿਤਾ ਪ੍ਰਤੀ ਇੱਕ ਪੁਰਾਣੀ ਚੜ੍ਹਾਈ ਕਰ ਜਾਂਦਾ। ਉੱਥੇ ਹੀ ਉਹ ਜ਼ਿਮੀਂਦਾਰ ਜੱਟ ਨੇ ਫਿਰ ਦੱਸਿਆ ਸਭ ਨੂੰ ਕਿ ਉਹ ਆਪਣੇ ਨਗਰ ਇੱਥੇ ਰਾਮਦਾਸ ਵਿੱਚ ਜਿਹੜੇ ਬਾਬਾ ਰਾਮ ਕੌਰ ਜੀ ਮਹਾਂਪੁਰਸ਼ ਤਿੰਨਾਂ ਦੇ ਬਚਨ ਹੋਏ ਆ ਕਿ ਇਹੋ ਜਿਹੇ ਸਮਾਗਮ ਹੁੰਦੇ ਹੀ ਰਹਿਣ। ਮੈਂ ਉਹ ਜਾਣਿਆ ਵੀ ਉਹਨਾਂ ਦੇ ਬਚਨਾਂ ਸਦਕਾ ਸਭ ਕੁਝ ਹੋ ਰਿਹਾ। ਸਭ ਨੇ ਫਿਰ ਵਿਚਾਰ ਕੀਤੀ ਜੇ ਉਹਨਾਂ ਦਾ ਬਚਨ ਤਤਕਾਲ ਹੀ ਫੁਰਦਾ ਹੈ, ਕਿਉਂ ਨਾ ਫਿਰ ਉਹਨਾਂ ਤੋਂ ਕੋਈ ਚੰਗਾ ਬਚਨ ਕਰਾ ਲਿਆ ਜਾਏ। ਇਹ ਮਨ ਵਿੱਚ ਵਿਚਾਰ ਕਰਕੇ ਫਿਰ ਨਾ ਸੋਹਣਾ ਪ੍ਰਸ਼ਾਦਾ ਪਾਣੀ ਤਿਆਰ ਕਰ ਬਾਬਾ ਰਾਮ ਕੌਰ ਜੀਆਂ ਦੀ ਸੇਵਾ ਵਿੱਚ ਹਾਜ਼ਰ ਹੋਏ। ਜਦੋਂ ਛਕ ਕਰਕੇ ਮਹਾਂਪੁਰਸ਼ਾਂ ਪੁੱਛਿਆ ਕਿ ਭਾਈ ਕਾਹਦੇ ਨਿਮਿਤ ਹੈ, ਕਹਿੰਦੇ ਜੀ ਅੱਜ ਨਗਰ ਵਿੱਚ ਵਿਆਹ ਹੋਇਆ। ਖੁਸ਼ ਹੋ ਕੇ ਫਿਰ ਇਹ ਵਰਦਾਨ ਦਿੱਤਾ, ਚਲੋ ਭਾਈ ਇਹੋ ਜਿਹੇ ਸਮਾਗਮ ਵਿਆਹ ਹੁੰਦੇ ਹੀ ਰਹਿਣ, ਬੱਚੇ ਬੱਚੀਆਂ ਜਨਮਦੇ ਰਹਿਣ, ਬਰਾਤਾਂ ਚੜ੍ਹਦੀਆਂ ਰਹਿਣ, ਬਰਾਤਾਂ ਆਉਂਦੀਆਂ ਰਹਿਣ। ਇਹੋ ਜਿਹੇ ਬਚਨ ਕੀਤੇ। ਉਸ ਦਿਨ ਤੋਂ ਖਾਲਸਾ ਜੀ ਪਿੰਡ ਦਾ ਬਹੁਤ ਵਿਸਥਾਰ ਹੋਇਆ। ਫਿਰ ਹੁਣ ਬਹੁਤ ਵੱਡਾ ਪਿੰਡ ਹੈ ਰਾਮਦਾਸ। ਇਹੋ ਜਿਹੇ ਸਨ ਇੱਕ ਰਸ ਬਿਰਤੀ ਰੱਖਣ ਵਾਲੇ ਧੰਨ ਬਾਬਾ ਰਾਮ ਕੌਰ ਜੀ। ਕੁਝ ਪ੍ਰਸੰਗ ਕੱਲ ਰਹਿ ਗਿਆ ਸੀਗਾ ਤੀਸਰੇ ਅੰਸੂ ਦਾ, ਤਾਂ ਉਹ ਪ੍ਰਸੰਗ ਜਿਹੜਾ ਵੈ ਰਹਿੰਦਾ ਮਨ ਚਿਤ ਬਿਰਤੀਆਂ ਕਰਕੇ ਆਪਾਂ ਸ਼ਰਵਣ ਕਰੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਸਤਿਗੁਰਾਂ ਨੂੰ ਹਿਰਦੇ ਵਿੱਚ ਵਸਾਓ। ਸਭ ਸੰਗਤ ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚਾਪਈ ਬੰਦਨ ਬਿੰਦ ਬਦਨ ਬਰ ਚੰਦਨ। ਤੋਂ ਅੱਗੇ ਕਵੀ ਜੀ ਇਹ ਮੰਗਲ ਕਰ ਰਹੇ ਵੇ। ਕਵ ਸੰਕੇਤ ਮਰਿਆਦਾ ਦਾ ਮੰਗਲ ਹੈ, ਜਿਹਦੇ ਵਿੱਚ ਖਾਲਸਾ ਜੀ ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਹਿੰਦੂ ਕਵੀ ਹੈ, ਚਾਹੇ ਸਿੱਖ, ਕਿਸੇ ਵੀ ਮਤ ਦਾ ਕਵੀ ਹੋਵੇ, ਉਹ ਸਾਧ ਸੰਗਤ ਜੀ ਵਿਦਿਆ ਦੀ ਦਾਤੀ ਇੱਕ ਸ਼ਕਤੀ ਮੰਨਦਾ ਹੈ। ਹਿੰਦੂਆਂ ਨੂੰ ਸਰਸਵਤੀ ਕਹਿੰਦੇ ਵੇ। ਯੂਰਪ ਦੇ ਕਵੀ ਵੀ ਖਾਲਸਾ ਜੀ ਕਿਸੇ ਨਾ ਕਿਸੇ ਰੂਪ ਵਿੱਚ ਉਸ ਨੂੰ ਪੂਜਦੇ ਹਨ। ਜਿੰਨੇ ਵੀ ਕਵੀ ਆ ਸਾਰੇ ਹੀ ਉਸ ਇੱਕ ਸ਼ਕਤੀ ਪਰਮੇਸ਼ਰ ਦੀ ਨੂੰ ਵਿਦਿਆ ਦਾਤੀ ਮੰਨਦੇ। ਜਿਵੇਂ ਗੁਰਮਤਿ ਵਿੱਚ ਗੁਰਬਾਣੀ ਨੂੰ ਵਿਦਿਆ ਦਾਤੀ ਮੰਨਿਆ ਜਾਂਦਾ ਹੈ।
ਤੋ ਕਵੀ ਜੀ ਕਵ ਸੰਕੇਤ ਮਰਿਆਦਾ ਦਾ ਮੰਗਲ ਕਰ ਰਹੇ ਵੈ। ਬੰਧਨ ਬਿੰਦ ਬਦਨ ਬਰ ਚੰਦਨ, ਜਿਸ ਦੇ ਕਹਿੰਦੇ ਵੈ ਬਦਨ ਕਹਿੰਦੇ ਮੁਖ ਨੂੰ, ਬਰ ਸ਼੍ਰੇਸ਼ਟ ਵੀ ਹੈ ਨਾਮ। ਤੋ ਬਰ ਦਾ ਅਰਥ ਉੱਪਰ, ਭਾਵ ਬਦਨ ਦੇ ਉੱਪਰ, ਭਾਵ ਜਿਹੜਾ ਮੱਥਾ ਹੈ ਸ਼੍ਰੇਸ਼ਟ ਮੱਥੇ ਉੱਪਰ ਚੰਦਨ ਦਾ ਬਿੰਦ ਕਹੀਏ ਉਹ ਤਿਲਕ ਲੱਗਾ ਹੋਇਆ ਹੈ। ਤੇ ਬੰਧਨ ਨਾਮ ਸਾਧ ਸੰਗ ਜੀ ਸੰਧੂਰ ਦਾ ਹੈ, ਜਿਸ ਦੇ ਉੱਪਰ ਮੱਥੇ ਦੇ ਉੱਪਰ ਜਿਹੜਾ ਹੈ ਉਹ ਸੰਧੂਰ ਦਾ ਬਿੰਦ ਕਹੀਏ ਉਹ ਬਿੰਦੀ ਲੱਗੀ ਹੈ। ਤੋ ਚੰਦਨ ਦਾ ਜਿਹਦੇ ਤਿਲਕ ਲੱਗਾ ਹੋਇਆ ਹੈ। ਇਸ ਪ੍ਰਕਾਰ ਅਰਬਿੰਦ ਮਨਿੰਦ ਨਾ। ਤੋ ਇਹੋ ਜੀ ਜਿਹੜੀ ਸਾਰਦਾ ਵੀ ਉਹਨੂੰ ਕਹਿ ਦਿੰਦੇ, ਸ਼ਾਰਦਾ ਦੇ ਸਦਰਸ ਨਾ ਚੰਦਰਮਾ ਹੈ, ਕਿਉਂਕਿ ਚੰਦਰਮਾ ਵੀ ਕਲੰਕੀ ਮੰਨਿਆ ਹੈ। ਅਰਬਿੰਦ ਮਨਿੰਦ ਨਾ, ਅਰਬਿੰਦ ਕਹੀਏ ਕਮਲ ਦਾ ਫੁੱਲ ਵੀ ਜਿਹਦੇ ਸਦਰਸ ਮਨਿੰਦ ਮੰਨਿਆ ਨਹੀਂ ਜਾ ਸਕਦਾ, ਉਹ ਵੀ ਇਸ ਦੇ ਸਦਰਸ ਨਹੀਂ ਮੰਨੀਦਾ ਹੈ। ਨਿੰਦ ਨਾ ਜਿਹ ਸੁਰ ਕਰ ਅਭਿਨੰਦਨ। ਜਿਹੜੇ ਜਿਸ ਦੀ ਨਿੰਦਿਆ ਕੋਈ ਨਹੀਂ ਕਰਦਾ ਹੈ, ਸਾਰੇ ਜਿਹਦੀ ਉਸਤਤੀ ਕਰਦੇ ਆ। ਜੇ ਨਿੰਦਿਆ ਨਹੀਂ ਕਰਦਾ ਭਾਵ ਉਸਤਤੀ ਕਰਦਾ ਹੈ, ਕਰਦੇ ਹਨ ਸਾਰੇ। ਸੁਰ ਕਰ ਅਭਿਨੰਦਨ, ਸੁਰ ਦੇਵਤਿਆਂ ਦੇ ਕਰਕੇ ਅਭਿਨੰਦਨ ਜਿਹੜੀ ਵਾ ਦੇਵਤਿਆਂ ਦੇ ਪੂਜਣ ਯੋਗ ਹੈ। ਨਮਸਕਾਰਾਂ ਕਰਦੇ ਸਾਰੇ ਦੇਵਤੇ ਜਿਸ ਨੂੰ। ਨੰਦਨ ਜਗ ਬਾਣੀ ਪਦ ਬੰਦਨ। ਤੇ ਇਹ ਜਗ ਸਾਰੇ ਸੰਸਾਰ ਨੂੰ ਕਹੀਏ ਨੰਦਨ ਆਨੰਦ ਦੇਣ ਵਾਲੀ ਹੈ। ਇਹੋ ਜੀ ਗੁਰਬਾਣੀ ਪਾਵਨ ਬਾਣੀ ਦੇ ਪਦ ਚਰਨਾਂ ਵਿੱਚ ਬੰਦਨ ਨਮਸਕਾਰ ਹੈ। ਗੁਰਮਤਿ ਅਨੁਸਾਰ ਖਾਲਸਾ ਜੀ ਦਾ ਅਰਥ ਇਉਂ ਵੀ ਕਰਦੇ ਵੈ, ਬੰਧਨ ਬਿੰਦ ਬਦਨ ਕਰ ਚੰਦਨ। ਜਿਹੜੀ ਗੁਰਬਾਣੀ ਹੈ ਉਹ ਪਰਮੇਸ਼ਰ ਦੀ ਖਾਲਸਾ ਜੀ ਸਰੂਪ ਹੈ, ਵੱਡੀ ਸ਼ਕਤੀ ਹੈ। ਤੋ ਇਹੋ ਜੀ ਜਿਹੜੀ ਪਾਵਨ ਗੁਰਬਾਣੀ ਹੈ, ਜਿਹਦੇ ਵੈਰਾਗ ਰੂਪੀ ਮੁਖ ਦੇ ਉੱਪਰ ਜਸ ਰੂਪੀ ਚੰਦਨ ਦਾ ਤਿਲਕ ਲੱਗਾ ਹੈ, ਬੇਅੰਤ ਮਹਿਮਾ ਰੂਪੀ ਸੰਧੂਰ ਦਾ ਜਿਸ ਦੇ ਵੈਰਾਗ ਰੂਪੀ ਮੱਥੇ ਉੱਪਰ ਟਿੱਕਾ ਲੱਗਾ ਹੋਇਆ ਹੈ। ਚੰਦ ਨਾ ਸਮ ਔਰ ਬਿੰਦ ਮਨਿੰਦ ਨਾ, ਉਸ ਪਾਵਨ ਗੁਰਬਾਣੀ ਦੀ ਸਦਰਸਤਾ ਖਾਲਸਾ ਜੀ ਚੰਦ ਨਾ ਸਮ, ਚੰਦਰਮਾ ਵੀ ਉਹਦੇ ਸਦਰਸ ਨਹੀਂ, ਕਿਉਂਕਿ ਬਾਣੀ ਨਿਕਲੰਕ ਹੈ, ਚੰਦਰਮਾ ਕਲੰਕੀ ਮੰਨਿਆ ਹੈ। ਅਰਬਿੰਦ ਮਨਿੰਦ ਨਾ, ਕਮਲ ਦਾ ਫੁੱਲ ਵੀ ਜਿਹੜਾ ਹੈ ਉਹ ਗੁਰਬਾਣੀ ਦੇ ਸਦਰਸ, ਭਾਵ ਕਿ ਤੁਲਨਾ ਨਹੀਂ ਦਿੱਤੀ ਜਾ ਸਕਦੀ ਕਮਲ ਨੂੰ। ਕਿਉਂਕਿ ਕਮਲ ਤਾਂ ਜੇ ਖੁਸ਼ਬੂ ਵੰਡਦਾ ਵੈ ਤੇ ਕੇਵਲ ਦਿਨ ਵੇਲੇ ਖਿੜਦਾ ਹੈ, ਰਾਤ ਨੂੰ ਉਹ ਮੁੰਦਿਆ ਜਾਂਦਾ ਹੈ। ਪਰ ਗੁਰਬਾਣੀ ਤਾਂ ਖਾਲਸਾ ਜੀ ਇੱਕ ਰਸ ਸਦਾ ਸਭ ਜੀਵਾਂ ਦੀ ਕਲਿਆਣ ਕਰਦੀ ਹੈ। ਨਿੰਦ ਨਾ ਜਿਹ ਸੁਰ ਕਰ ਅਭਿਨੰਦਨ, ਜਿਹਦੀ ਕੋਈ ਵੀ ਨਿੰਦਿਆ ਨਹੀਂ ਕਰਦਾ ਹੈ, ਸਭ ਉਸਤਤੀ ਕਰਦੇ ਹਨ। ਐਸੀ ਪਾਵਨ ਗੁਰਬਾਣੀ ਜਿਹੜੀ ਦੇਵਤਿਆਂ ਕਰਕੇ ਨਮਸਕਾਰ ਕਰਨ ਯੋਗ ਹੈ। ਦੇਵ ਲੋਕ ਵੀ ਜਿਹੜੀ ਵਾ ਇਸ ਦੇਹੀ ਕਉ ਸਿਮਰੈ ਦੇਵ, ਇਹ ਸਰੀਰ ਨੂੰ ਦੇਵਤੇ ਕਹਿੰਦੇ ਸਾਨੂੰ ਮਿਲੇ, ਕਿਉਂ ਮਿਲੇ? ਤਾਂ ਕਿ ਅਸੀਂ ਵੀ ਬਾਣੀ ਪੜ੍ਹ ਕੇ ਮੁਕਤ ਹੋ ਸਕੀਏ। ਨੰਦਨ ਜਗ ਬਾਣੀ ਪਦ ਬੰਦਨ, ਜਿਹੜੀ ਜਗ ਸਾਰੇ ਸੰਸਾਰ ਨੂੰ ਆਨੰਦ ਦੇਣ ਵਾਲੀ ਵਾ, ਬ੍ਰਹਮਾ ਆਨੰਦ ਦੀ ਦਾਤ ਬਖਸ਼ਣ ਵਾਲੀ ਇਹੋ ਜੀ ਬਾਣੀ ਦੇ ਪਦ ਚਰਨ ਕੀ ਖਾਲਸਾ ਜੀ। ਗੁਰਬਾਣੀ ਦੇ ਚਰਨ ਸ਼ਬਦ ਹੀ ਹੈ। ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਇਹੋ ਜੀ ਪਾਵਨ ਪਵਿੱਤਰ ਬਾਣੀ ਦੇ ਚਰਨਾਂ ਦੇ ਵਿੱਚ ਕਵੀ ਜੀ ਕਹਿੰਦੇ ਭਾਈ ਅਸੀਂ ਨਮਸਕਾਰ ਕਰਦੇ ਹਾਂ। ਸਵਈਆ ਤਰਨੀ ਬਿਘਨਾ ਸਲਿਤਾ ਪਤ ਕੀ। ਇਹ ਪਾਵਨ ਗੁਰਬਾਣੀ ਜਿਹੜੀ ਵੈ ਸਲਤਾ ਪਤ ਸਮੁੰਦਰ, ਜਿਹੜਾ ਬਿਘਨਾ ਰੂਪੀ ਸਮੁੰਦਰ ਹੈ, ਸਮੁੰਦਰ ਨੂੰ ਪਾਰ, ਬਿਘਨਾ ਰੂਪੀ ਸਮੁੰਦਰ ਦੇ ਪਾਰ ਹੋਣ ਵਾਸਤੇ ਤਰਨਾ ਕਹੀਏ ਕਿਸ਼ਤੀ ਦੇ ਵਰਗੀ ਹੈ। ਇਹ ਪਾਵਨ ਗੁਰਬਾਣੀ ਪਾਰ ਕਰ ਦਿੰਦੀ ਬਿਘਨਾ ਰੂਪੀ ਸਮੁੰਦਰ ਤੋਂ। ਪਤ ਕੀ ਆਤ ਰੱਖਿਅਕ ਸ਼੍ਰੀ ਬਰਨੀ। ਕਵੀ ਜੀ ਕਹਿੰਦੇ ਸਾਡੀ ਜਿਹੜੀ ਪਤ ਪੈਜ ਰੱਖਣ ਵਾਲੀ ਅਤ ਅਤਿਸੇ ਕਰਕੇ ਸਾਡੀ ਪਤ ਆਬਰੋ ਦੀ ਰੱਖਿਅਕ ਜਿਹੜੀ ਵੈ ਇਹ ਸ਼੍ਰੀ ਸ਼੍ਰੋਮਣੀ ਗੁਰਬਾਣੀ ਜਿਹੜੀ ਵੈ ਬਰਨੀ ਵਰਣਨ ਕੀਤੀ ਗਈ ਹੈ। ਬਰਨੀ ਸੁਖਦਾ ਸਰਨਾਗਤ ਕੀ। ਤੋ ਜਿਹੜੀ ਇਹ ਗੁਰਬਾਣੀ ਪਾਵਨ ਹੈ, ਜੋ ਸਰਨ ਆਵੇ ਤਿਸ ਕੰਠ ਲਾਵੇ। ਇਹ ਸ਼ਰਨ ਆਗਤ ਪ੍ਰਾਪਤ ਹੋਏ ਜਿਹੜੇ ਜੀਵ ਸ਼ਰਨਾਂ ਨੂੰ, ਜਿਹੜੀ ਗੁਰਬਾਣੀ ਦੀ ਸ਼ਰਨ ਨੂੰ ਪ੍ਰਾਪਤ ਹੋ ਜਾਂਦੇ ਵੈ, ਤਿੰਨਾਂ ਨੂੰ ਸੁਖ ਦੀ ਦਾਤੀ ਵੈ, ਸੁਖ ਦੇਣ ਵਾਲੀ ਵੈ, ਇਉਂ ਬਰਨੀ ਜਾਂਦੀ ਵੈ। ਇਸ ਪ੍ਰਕਾਰ ਇਹ ਗੁਰਬਾਣੀ ਆਖੀ ਜਾਂਦੀ ਹੈ।
ਗਤ ਕੀ ਸਮਤਾ ਗਜ ਕੀ ਸਕਰਨੀ ਕਹਿੰਦੇ ਜਿਹੜੇ ਗੁਰਬਾਣੀ ਪੜਨ ਵਾਲੇ ਕੋ ਤਤਵੇ ਤੇ ਮਹਾਂਪੁਰਸ਼ ਗੁਰਮੁਖ ਹੈ, ਗੁਰਬਾਣੀ ਪੜ ਪੜ ਕੇ ਉਹਨਾਂ ਦੀ ਹਾਲਤ ਜਿਹੜੀ ਹੁੰਦੀ ਵੈ ਇਹੋ ਜੀ ਮਸਤੀ ਚੜ੍ਹਦੀ ਹੈ। ਗਤ ਕੀ ਸਮਤਾ, ਉਹਨਾਂ ਨੂੰ ਚੜੀ ਹੋਈ ਮਸਤੀ, ਉਹਨਾਂ ਦੀ ਹਾਲਤ ਦੀ ਬਰਾਬਰੀ ਗਜ ਕੀ ਕਰਨੀ, ਹਾਥੀ ਨੇ ਕੀ ਕਰਨੀ ਵੈ। ਭਾਵ ਹਾਥੀ ਝੂਮ ਝੂਮ ਤੁਰਦਾ, ਹਾਥੀ ਦੀ ਮਸਤੀ ਵੀ ਉਹਦੇ ਅੱਗੇ ਥੋੜੀ ਪੈ ਜਾਂਦੀ ਹੈ ਜਿਨ੍ਹਾਂ ਨੇ ਪਾਵਨ ਗੁਰਬਾਣੀ ਦਾ ਆਨੰਦ ਮਾਣਿਆ ਹੈ। ਕਰ ਨੀਰਜ ਓਟ ਸੁਧਾਰਤ ਕੀ ਉਹ ਇਸੇ ਪ੍ਰਕਾਰ ਐਸੀ ਹੈ ਸਤਿਗੁਰਾਂ ਦੀ ਪਾਵਨ ਬਾਣੀ ਜਿਹੜੀ ਹੈ। ਤੋ ਕਰ ਹੱਥ ਵਿੱਚ ਕੀ ਵੈ, ਜਿਹੜਾ ਖਾਲਸਾ ਜੀ ਨੀਰਜ ਕਮਲ ਪਕੜਿਆ ਹੋਇਆ, ਇੱਥੇ ਸਾਰਦਾ ਦੀ ਗੱਲ ਕਰਦੇ ਕਵੀ ਜੀ। ਓਟ ਸੁਧਾ ਰਸ ਕੀ, ਤੋ ਜਿਹੜੇ ਸੁਧਾ ਅੰਮ੍ਰਿਤ ਦੇ ਵਿੱਚ ਰਤ ਪ੍ਰੇਮ ਕਰਨ ਵਾਲੇ ਦੇਵਤੇ ਹੈ, ਤਿਨਾਂ ਦੀ ਓਟ ਹੈ, ਤਿਨਾਂ ਦਾ ਆਸਰਾ ਇਹ ਪਾਵਨ ਗੁਰਬਾਣੀ ਹੈ। ਰਤ ਕੀ ਪ੍ਰਭਤਾ ਸਗਰੀ ਹਰਨੀ ਤੋ ਜਿਹੜੀ ਰਤੀ ਕਾਮਦੇਵ ਦੀ ਪਤਨੀ ਹੈ, ਉਹਦੀ ਬੜੀ ਪ੍ਰਭਤਾ ਸੰਸਾਰ ਵਿੱਚ ਗਾਈ ਜਾਂਦੀ, ਸੁੰਦਰਤਾ ਦੇ ਗੁਣ ਸਭ ਗਾਉਂਦੇ ਆ ਰਤੀ ਦੇ, ਕਾਮਦੇਵ ਦੀ ਪਤਨੀ ਦੇ। ਪਰ ਸਗਰੀ ਹਰਨੀ, ਕਾਮਦੇਵ ਦੀ ਪਤਨੀ ਦੀ ਜਿਹੜੀ ਸਾਰੀ ਪ੍ਰਭਤਾ ਸੋਭਾ ਹੈ, ਸਾਰੀ ਨੂੰ ਨਾਸ਼ ਕਰਨ ਵਾਲੀ ਗੁਰਬਾਣੀ ਹੈ। ਭਾਵ ਕਿ ਉਹ ਤਾਂ ਕਾਮਣ ਹੈ, ਗੁਰਬਾਣੀ ਕਾਮ ਦਾ ਨਾਸ਼ ਕਰਨ ਵਾਲੀ ਹੈ। ਤੋ ਇਹ ਗੁਰਬਾਣੀ ਜਿਹੜੀ ਵਾ ਪਾਵਨ ਸਤਿਗੁਰਾਂ ਦੀ ਧੁਰ ਕੀ ਬਾਣੀ, ਇਹ ਕਾਮਦੇਵ ਦੀ ਪਤਨੀ ਵੀ ਇਹਦੀ ਸਦਰਸਤਾ ਨਹੀਂ ਕੀ ਕਰੇਗੀ, ਕਿਉਂਕਿ ਉਹਦੀ ਸਾਰੀ ਪ੍ਰਭਤਾ ਨੂੰ ਵੀ ਹਰਨੀ ਨਾਸ਼ ਕਰਨ ਵਾਲੀ ਹੈ। ਇਹ ਗੁਰਬਾਣੀ ਦੇ ਸਾਹਮਣੇ ਕਾਮਦੇਵ ਦੀ ਪਤਨੀ ਰਤੀ ਦੀ ਵੀ ਕੋਈ ਸ਼ੋਭਾ ਨਹੀਂ ਰਹਿੰਦੀ ਹੈ। ਹਰਨੀ ਸਮ ਆਂਖ ਸੋ ਸ਼੍ਰੀਮਤ ਕੀ ਤੋ ਇਹ ਸ਼੍ਰੀ ਸ਼੍ਰੇਸ਼ਟ ਮਤ ਵਾਲੀ, ਮਤ ਦੇਣ ਵਾਲੀ ਗੁਰਬਾਣੀ ਹੈ। ਸ਼੍ਰੀ ਸ਼੍ਰੋਮਣੀ ਮਤ ਜਿਹੜੀ ਗੁਰਮਤ ਦੇਣ ਵਾਲੀ ਇਹ ਪਾਵਨ ਬਾਣੀ। ਹਰਨੀ ਸਮ ਆਂਖ, ਤੋ ਜਿਹੜੀ ਹਿਰਨੀ ਦੀਆਂ ਅੱਖਾਂ ਖਾਲਸਾ ਜੀ ਸੰਸਾਰ ਵਿੱਚ ਹਰਨੀ ਦੀ ਅੱਖ ਸਭ ਤੋਂ ਸੁੰਦਰ ਮੰਨੀ ਜਾਂਦੀ ਹੈ, ਪਰ ਹਰਨੀ ਦੀ ਅੱਖ ਨਾਲੋਂ ਵੀ ਸੁੰਦਰ ਨੇਤਰ ਹਨ ਗੁਰਬਾਣੀ ਦੇ। ਕਿਹੜੇ ਖਾਲਸਾ ਜੀ, ਵਿਚਾਰ ਤੇ ਇਸੇ ਪ੍ਰਕਾਰ ਵਿਵੇਕ ਰੂਪੀ ਦੋ ਨੇਤਰ ਐਸ ਪਾਵਨ ਗੁਰਬਾਣੀ ਦੇ, ਜਿਹੜੇ ਹਰਨੀ ਦੇ ਨੇਤਰ ਵੀ ਜਿਹਦੀ ਕੀ ਸਮਤਾ ਕਰਨਗੇ, ਬਰਾਬਰੀ ਕਰਨਗੇ, ਨਹੀਂ ਕਰ ਸਕਦੇ ਹਨ। ਮਤ ਕੀ ਕਰਤਾ ਤਨ ਵੈ ਤਰਨੀ ਤੋ ਸ਼੍ਰੇਸ਼ਟ ਮਤ ਦੀ ਕਰਤਾ ਕਰਨ ਵਾਲੀ ਹੈ। ਤਨ ਵੈ ਹਰਨੀ, ਤਨ ਕਹਿੰਦੇ ਸਰੀਰ ਨੂੰ, ਵੈ ਉਮਰ ਨੂੰ, ਤਰਨੀ ਜਵਾਨ ਅਵਸਥਾ। ਭਾਵ ਕਿ ਜਿਹਦੇ ਤਨ ਦੀ ਵੈ ਉਮਰ ਤਰਨੀ ਨੌਜਵਾਨ ਹੈ। ਗੁਰਬਾਣੀ ਖਾਲਸਾ ਜੀ ਸੱਚ ਪੁਰਾਣਾ ਹੋਵੇ ਨਾਹੀ, ਗੁਰਬਾਣੀ ਤ੍ਰੈ ਕਾਲ ਆਬਾਦ ਰੂਪ ਸਤ ਹੈ, ਕਦੇ ਪੁਰਾਣੀ ਨਹੀਂ ਹੁੰਦੀ। ਸਾਡੇ ਪਿਤਾ ਪੜ੍ਹਦੇ ਰਹੇ, ਦਾਦੇ ਪੜ੍ਹਦੇ ਰਹੇ, ਪੜਦਾਦੇ ਪਿੱਛੇ ਖਾਲਸਾ ਜੀ ਗੁਰੂ ਨਾਨਕ ਪਾਤਸ਼ਾਹ ਤੋਂ ਕਿੰਨੇ ਜੀਵਾਂ ਦਾ ਕਲਿਆਣ ਕੀਤਾ। ਗੁਰਬਾਣੀ ਵੀ ਕਦੇ ਪੁਰਾਣੀ ਹੋਈ ਆ ਨਹੀਂ ਹੁੰਦੀ। ਇਹ ਸਦਾ ਇੱਕ ਰਸ, ਇੱਕ ਅਵਸਥਾ ਜਿਹਦੀ, ਇਹਦੀ ਖਾਲਸਾ ਦੀ ਜਵਾਨ ਅਵਸਥਾ, ਇੱਕੋ ਅਵਸਥਾ ਵਿੱਚ ਰਹਿਣ ਵਾਲੀ ਇਹ ਪਾਵਨ ਗੁਰਬਾਣੀ ਹੈ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਸੰਗਤ ਵੱਡੀ ਭੇਟ ਕਹ ਲਿਆਵੈ। ਇਸੇ ਪ੍ਰਕਾਰ ਕਵੀ ਜੀ ਅੱਗੇ ਦੱਸ ਰਹੇ ਵੈ, ਉਹ ਜਿੱਥੇ ਕੱਲ ਪ੍ਰਸੰਗ ਖਾਲਸਾ ਜੀ ਆਪ ਜੀਆਂ ਸ਼ਰਵਣ ਕੀਤਾ, ਉਹ ਬਾਕੀ ਪ੍ਰਸੰਗ ਜਿਹੜਾ ਵੈ ਰਾਮ ਕੋਇਰ ਜੀਆਂ ਦਾ ਆ ਰਿਹਾ ਹੈ। ਜਦੇ ਫਿਰ ਬਾਬਾ ਰਾਮ ਕੋਇਰ ਜੀ ਇਹਨਾਂ ਨੂੰ ਡੋਲੇ ਆਉਂਦੇ ਰਹਿਣ, ਚੜ੍ਹਦੇ ਰਹਿਣ, ਬਰਾਤਾਂ ਆਉਂਦੀਆਂ ਰਹਿਣ, ਜਾਂਦੀਆਂ ਰਹਿਣ, ਵੇਲ ਪੀੜ੍ਹੀਆਂ ਤੁਹਾਡੀਆਂ ਵੱਧਦੀਆਂ ਰਹਿਣ। ਜਦੋਂ ਇਹ ਵਰਦਾਨ ਦੇ ਦਿੱਤਾ, ਤਦੇ ਫਿਰ ਖਾਲਸਾ ਜੀ ਇਸ ਨਗਰ ਰਮਦਾਸ ਦੀ ਕੀ ਪਾਸੇ ਆਸੇ ਦੀ ਬਹੁਤ ਸੰਗਤ ਧੰਨ ਬਾਬਾ ਰਾਮ ਕੋਇਰ ਜੀਆਂ ਦੇ ਪਾਸ ਬੜੀਆਂ ਭੇਟਾਂ ਲੈ ਲੈ ਕੇ ਹਾਜ਼ਰ ਹੁੰਦੀ ਹੈ। ਦਰਸ਼ਨ ਪਰਸਹਿ ਚਰਨ ਮਨਾਵੈ। ਤੇ ਬਾਬਾ ਰਾਮ ਕੋਇਰ ਜੀਆਂ ਦੇ ਦਰਸ਼ਨ ਪਰਸਦੇ ਵੈ, ਦਰਸ਼ਨ ਕਰਦੇ ਆ, ਤਿਨਾਂ ਦੇ ਚਰਨਾਂ ਵਿੱਚ ਆਣ ਆਣ ਸਭ ਸੰਗਤ ਮੱਥਾ ਟੇਕਦੀ ਹੈ। ਬਾਂਛਤ ਪਾਏ ਕਰਹਿ ਅਰਦਾਸ। ਤੋ ਸਭ ਸੰਗਤਾਂ ਮਨ ਇੱਛਕ ਫਲ ਪ੍ਰਾਪਤ ਕਰਦੀਆਂ ਤੇ ਬਾਬਾ ਰਾਮ ਕੋਇਰ ਜੀਆਂ ਦੇ ਸਨਮੁਖ ਹੋ ਕੇ ਅਰਦਾਸਾਂ ਕਰਦੀਆਂ ਹਨ। ਦਇਓਸ ਪਰਬ ਕੇ ਪਹੁੰਚਹਿ ਪਾਸ। ਜੇ ਕੋਈ ਪੁਰਬ ਦਾ ਦਿਨ ਜਿਹੜੇ ਮੰਨੇ ਵੈ, ਸੰਗਰਾਂਦ, ਮੱਸਿਆ, ਪੁੰਨਿਆ, ਇਹਨਾਂ ਪੁਰਬਾਂ ਦੇ ਦਿਨਾਂ ਤੇ ਬਹੁਤ ਇਕੱਠ ਹੁੰਦਾ ਹੈ ਬਾਬਾ ਰਾਮ ਕੋਇਰ ਜੀਆਂ ਦੇ ਘਰ ਵਿੱਚ, ਡੇਰੇ ਵਿੱਚ। ਦੋਹਰਾ
ਜੋ ਬੁੱਢੇ ਰਮਦਾਸ ਕੋ। ਹਾਂ, ਜਿਹੜੇ ਰਮਦਾਸ ਕੇ, ਜਿਹੜੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਰਮਦਾਸ ਕੇ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ, ਇਹ ਰਮਦਾਸ ਕੇ ਨਗਰ ਜੋ ਹੈ, ਗ੍ਰਾਮ ਬਿਦਤ ਬਹੁ ਦੇਸ। ਇਹ ਸਾਰ ਬੜੇ ਦੇਸ਼ਾਂ ਵਿੱਚ ਬਹੁਤ ਆਸੇ ਪਾਸੇ ਪ੍ਰਗਟ ਪ੍ਰਤੱਖ ਸੀਗਾ, ਬੜਾ ਸੋਭਾ ਵਾਲਾ ਨਗਰ ਮੰਨਿਆ ਜਾਂਦਾ ਸੀ। ਤਹਾਂ ਕਰਤ ਵਿਸ਼ਰਾਮ ਕਹਾ। ਤੋ ਇੱਥੇ ਫਿਰ ਇਹ ਟਿਕ ਰਹੇ ਸੀ ਬਾਬਾ ਰਾਮ ਕੌਰ ਜੀ, ਕਿਉਂਕਿ ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜਿਆਂ ਦੇ ਦਰਸ਼ਨ ਕਰਨ ਵਾਸਤੇ ਖਾਲਸਾ ਜੀ ਅਕਬਰ ਬਾਦਸ਼ਾਹ ਆਇਆ, ਇਸ ਅਕਬਰ ਬਾਦਸ਼ਾਹ ਨੇ ਧੰਨ ਗੁਰੂ ਰਾਮਦਾਸ ਮਹਾਰਾਜਿਆਂ ਦੇ ਚਰਨਾਂ ਵਿੱਚ ਇੱਥੇ 84 ਪਿੰਡ ਖਾਲਸਾ ਜੀ ਭੇਟ ਕੀਤੇ ਸੀਗੇ। 84 ਪਿੰਡ ਜਿਹੜੇ ਵਾ ਸਤਿਗੁਰਾਂ ਦੇ ਚਰਨੀ ਭੇਟ ਕੀਤੇ। ਬੀਬੀ ਭਾਨੀ ਜੀਆਂ ਦੇ ਨਾਮ ਜਿਹੜੀ ਵਾ ਉਹ ਸਾਰਾ ਮਾਮਲਾ ਜਿਹੜਾ ਵਾ ਬੀਬੀ ਭਾਨੀ ਜੀਆਂ ਦੇ ਨਾਮ ਤੇ ਫਿਰ ਲਿਖਵਾਇਆ ਗਿਆ। 84 ਪਿੰਡ ਬੀਬੀ ਭਾਨੀ ਜੀਆਂ ਦੇ ਨਾਮ ਸਨ ਇੱਥੇ। ਤੋ 84 ਪਿੰਡਾਂ ਦੀ ਫਿਰ ਸਾਰੀ ਦੇਖ ਰੇਖ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਕਰਦੇ ਸੀ। ਉਹਨਾਂ 84 ਪਿੰਡਾਂ ਦੇ ਵਿੱਚ ਹੀ ਇਹ ਰਮਦਾਸ ਪਿੰਡ ਆਉਂਦਾ ਸੀ। ਤੋ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਵਿਦਿਆ ਲੈ ਬਾਬਾ ਰਾਮ ਕੌਰ ਜੀ ਇਸ 84 ਪਿੰਡਾਂ ਚੋਂ ਜਿਹੜਾ ਰਮਦਾਸ ਨਗਰ ਵੈ, ਜੱਦੀ ਨਗਰ ਚਾਹੇ ਕੱਥੂ ਨੰਗਲ ਸੀ, ਪਰ ਇੱਥੇ ਰਮਦਾਸ ਕੇ ਨਗਰ ਦੇ ਵਿੱਚ ਆਣ ਟਿਕ ਗਏ ਸਨ। ਜਿਨ ਕਹਾ ਬੰਸ ਅਸ਼ੇਸ। ਤੋ ਇਸੇ ਪ੍ਰਕਾਰ ਇਹਨਾਂ ਦੀ ਜਿਹੜੀ ਬੰਸ ਸੀ ਸਾਰੀ ਇੱਥੇ ਵਸਣ ਲੱਗ ਗਈ ਸੀ। ਭਾਵ ਬਾਬਾ ਰਾਮ ਕੌਰ ਜੀ ਤੋਂ ਆਦ ਇਹ ਰਮਦਾਸ ਨਗਰ ਵਿੱਚ ਵਸਦੇ ਸਨ। ਚਾਪਈ ਸੰਗਤ ਬ੍ਰਿੰਦ ਜਪਤ ਗੁਰ ਨਾਮ। ਤੋ ਸਾਰੀ ਸੰਗਤ ਜਿੰਨੀ ਵੈ ਇੱਥੇ ਰਹਿ ਕਰਕੇ ਜਿਹੜੇ ਦਰਸ਼ਨ ਦਿਦਾਰੇ ਕਰਨ ਆਉਂਦੇ, ਉਹ ਸਭ ਇੱਥੇ ਵਾਹਿਗੁਰੂ 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 ਧੰਨ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਜਪਿਆ ਕਰਦੇ। ਪੂਜਤ ਪਾਵਨ ਪੂਜਤ ਕਾਮ। ਤੋ ਜਿਹੜੇ ਇਸ ਪ੍ਰਕਾਰ ਜਿਹੜੇ ਵਾ ਉਹ ਪੂਜਾ ਕਰਦੇ, ਇਹ ਬਾਬਾ ਰਾਮ ਕੌਰ ਜੀਆਂ ਦੇ ਜਿਹੜੇ ਸਨਮੁਖ ਖੜ ਕੇ ਅਰਦਾਸਾਂ ਬੇਨਤੀਆਂ ਕਰਦੇ, ਤੇ ਇਹਨਾਂ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਸਨ। ਦਰਬ ਹਜ਼ਾਰ ਨਹੀਂ ਅਰ ਪਾਵੈ। ਬੜਾ ਭਾਰੀ ਮਾਇਆ ਲਿਆ ਕੇ ਸੰਗਤਾਂ ਬਾਬਾ ਰਾਮ ਕੌਰ ਜੀਆਂ ਦੇ ਚਰਨੀ ਭੇਂਟ ਕਰਦੀਆਂ। ਲੇਹ ਦਾਸ ਸਭ ਕਾਰ ਚਲਾਵੈ। ਪਰ ਬਾਬਾ ਰਾਮ ਕੌਰ ਜੀਆਂ ਨੂੰ ਕੋਈ ਪਤਾ ਨਹੀਂ ਕਿੰਨੀ ਮਾਇਆ ਆ ਰਹੀ ਹੈ। ਉਹ ਸਾਰੀ ਜਿਹੜੇ ਸਿੱਖ ਉੱਥੇ ਬਾਬਾ ਰਾਮ ਕੌਰ ਜੀਆਂ ਦੇ ਡੇਰੇ 'ਚ ਰਹਿੰਦੇ ਵਾ, ਉਹੀ ਸਾਰਾ ਕੰਮਕਾਰ ਉਸ ਮਾਇਆ ਨਾਲ ਚਲਾ ਰਹੇ ਆ। ਕਾਜ ਕਦਾਚਿਤ ਕੋ ਇੱਕ ਪੁੱਛੇ। ਤੋ ਕਦੇ ਕੋਈ ਫਿਰ ਸੰਗਤਾਂ ਕੋਈ ਕੰਮ ਵੀ ਪੁੱਛ ਲੈਂਦੀਆਂ ਨੇ ਵੀ ਸਾਡਾ ਆਹ ਕਾਰਜ ਨਹੀਂ ਜਿਹੜਾ ਵਾ ਨੇਪਰੇ ਚੜ ਰਿਹਾ। ਸਹਿਜ ਸੁਭਾਏ ਕਹੈ ਔਰ ਸੂਚੇ। ਇਸੇ ਪ੍ਰਕਾਰ ਬਾਬਾ ਰਾਮ ਕੌਰ ਜੀ ਸੁਤੇ ਸੇਧੀ ਖਾਲਸਾ ਜੀ ਫਿਰ ਉਹ ਕਾਰਜ ਮੁਖੋਂ ਕਹਿ ਦਿੰਦੇ ਵੀ ਓ ਨਹੀਂ ਓ ਕਰ ਲਓ। ਪਵਿੱਤਰ ਮੁਖੋਂ ਜਦੋਂ ਇਹ ਬਚਨ ਕਰਦੇ ਆ, ਬ੍ਰਿਤੀ ਜਗਤ ਦਿਸ਼ ਕਬਹ ਕੇ ਆਵੈ। ਕਿਉਂਕਿ ਬਾਬਾ ਰਾਮ ਕੌਰ ਜੀਆਂ ਦੀ ਜਿਹੜੀ ਬਿਰਤੀ ਸੀ ਉਹ ਬ੍ਰਹਮਾਕਾਰ ਸੀ। ਤੋ ਸੰਸਾਰਾਕਾਰ ਬਿਰਤੀ ਬਾਬਾ ਰਾਮ ਕੌਰ ਜੀ ਦੀ ਕਦੇ ਕਦੇ ਹੀ ਹੁੰਦੀ ਸੀ। ਨਾਤ ਅਦਵੈਤ ਬਿਖੈਲ ਬਲਾਵੈ। ਅਨਿਆਥਾ ਬਾਬਾ ਜੀ ਦੀ ਬਿਰਤੀ ਸਦਾ ਹੀ ਅਦਵੈਤ ਪਰਮੇਸ਼ਰ ਵਿੱਚ ਲੱਗੀ ਰਹਿੰਦੀ। ਬ੍ਰਹਮਾਕਾਰ ਬਿਰਤੀ ਵਿੱਚ ਸਦਾ ਬਾਬਾ ਜੀ ਸਥਿਤ ਰਹਿੰਦੇ ਸਨ। ਬ੍ਰਿਤੀ ਅਖੰਡ ਰਾਤ ਦਿਨ ਏਕ। ਇੱਕ ਰਸ ਬਾਬਾ ਰਾਮ ਕੌਰ ਜੀਆਂ ਦੀ ਬਿਰਤੀ ਅਖੰਡ ਅਟੁੱਟ ਇੱਕ ਰਸ ਰਹਿੰਦੀ ਸੀ, ਉਸ ਪਰਮੇਸ਼ਰ ਵਿੱਚ ਲੀਨ ਹੀ। ਅਚਲ ਗਿਆਨ ਮਹਿ ਜਲਧ ਵਿਵੇਕ। ਜਿਹੜਾ ਗਿਆਨ ਚਲਾਇਮਾਨ ਤੋਂ ਪਰੇ ਅਚਲ ਗਿਆਨ ਹੈ, ਜਾਂ ਅਚਲ ਪਰਮੇਸ਼ਰ ਦਾ ਜਿਹੜਾ ਗਿਆਨ ਅਪਰੋਖ ਗਿਆਨ ਹੈ, ਉਹਦੇ ਵਿੱਚ ਜਿਵੇਂ ਇਸ ਪ੍ਰਕਾਰ ਜਿਹੜੀ ਵੈ ਉਹ ਬਾਬਾ ਰਾਮ ਕੌਰ ਜੀਆਂ ਦੀ ਸਮੁੰਦਰ ਰੂਪ ਵਾਹਿਗੁਰੂ ਦੇ ਅਪਰੋਖ ਗਿਆਨ ਵਿੱਚ ਸਦਾ ਬਿਰਤੀ ਸਥਿਤ ਰਹਿੰਦੀ ਹੈ। ਜਬ ਭੋਜਨ ਕਰਬੇ ਕਹ ਲਾਗੈ। ਉਹ ਕਵੀ ਜੀ ਫਿਰ ਇੱਥੇ ਵੀ ਦੱਸਦੇ ਵੈ ਕਿ ਜਦੋਂ ਬਾਬਾ ਰਾਮ ਕੌਰ ਜੀ ਭੋਜਨ ਕਰਨ ਵਾਸਤੇ ਲੱਗਦੇ, ਭਾਵ ਪ੍ਰਸ਼ਾਦਾ ਪਾਣੀ ਆਦਿਕ ਛਕਦੇ ਸਨ, ਜਾਵਦ ਥਾਲ ਧਰਿਓ ਰਹਿ ਆਗੈ। ਆ ਜਿੰਨਾ ਸਮਾਂ ਥਾਲ ਬਾਬਾ ਰਾਮ ਕੌਰ ਜੀਆਂ ਦੇ ਅੱਗੇ ਰੱਖਿਆ ਰਹਿੰਦਾ ਸੀ, ਤਾਵਦ ਅਚਿਓ ਜਾਹੇ ਪੁਨ ਕਹੈ। ਆ ਉਹਨਾਂ ਸਮਾਂ ਛਕੀ ਜਾਂਦੇ, ਭਾਵ ਕਿ ਭੁੱਖ ਦਾ ਵੀ ਇਹ ਨਹੀਂ ਸੀ ਪਤਾ ਵੀ ਪੇਟ ਨੂੰ ਭੁੱਖ ਮੇਰੇ ਸਰੀਰ ਨੂੰ ਕਿੰਨੀ ਹੈ। ਸਰੀਰ ਤੋਂ ਤਾਂ ਪਾਸੇ ਸਰਨਾ ਖਾਲਸਾ ਜੀ ਬਦੇ ਮੁਕਤ ਸਨ। ਤੋ ਜਦੇ ਫਿਰ ਉਹ ਥਾਲ ਜਿੰਨਾ ਸਮਾਂ ਅੱਗੇ ਧਰਿਆ ਰਹਿੰਦਾ ਉਹਨਾਂ ਸਮਾਂ ਛਕੀ ਜਾਂਦੇ ਸਨ। ਭੋ ਰਾਮਾ ਤੂੰ ਕਿਸ ਥਲ ਅਹੈ। ਤੇ ਜਦੋਂ ਖਾਲਸਾ ਜੀ ਛਕਦੇ ਛਕਦੇ ਖਿਆਲ ਆਉਂਦਾ ਵੀ ਅਸੀਂ ਪ੍ਰਸ਼ਾਦਾ ਅਜੇ ਕਾਫੀ ਛਕ ਲਿਆ, ਜਿਹੜਾ ਇਹਨਾਂ ਦਾ ਦਾਸ ਸੀਗਾ ਭਾਈ ਰਾਮਾ, ਫਿਰ ਉਹਨੂੰ ਆਵਾਜ਼ ਮਾਰਦੇ ਬਾਬਾ ਰਾਮ ਕੌਰ ਜੀ, ਉਹ ਰਾਮੇ, ਭਾਈ ਰਾਮੇ ਕਿੱਥੇ ਆ ਭਾਈ, ਤੂੰ ਇੱਥੇ ਸਾਹਮਣੇ ਆ।
ਆਵਹ ਪਾਸ ਪਰਖ ਕਰ ਰਹੋ ਤੇ ਆ ਇਥੇ ਸਾਹਮਣੇ ਮੜ ਜੀਆ ਪਰਖ ਕਰਕੇ ਦੱਸ ਸਾਡੇ ਤਾਈ ਅਚ ਹੈ ਆਹਾਰ ਜੋ ਨਿਤ ਤੂੰ ਲਹੋ ਵੀ ਇਹ ਪਰਖ ਕਰਕੇ ਦੱਸ ਵੀ ਅਸੀਂ ਕਿੰਨਾ ਕੁ ਪ੍ਰਸ਼ਾਦਾ ਰੋਜ਼ ਛਕਦੇ ਆ ਉਹ ਸਾਨੂੰ ਦੱਸ ਵੀ ਅਸੀਂ ਰੱਜੇ ਆ ਕਿ ਨਹੀਂ ਰੱਜੇ ਅਜੇ ਦੋਹਰਾ ਤ੍ਰਿਪਤ ਭਏ ਰਮਦਾਸ ਕੇ ਤੋ ਇਸੇ ਪ੍ਰਕਾਰ ਫਿਰ ਜਿਹੜਾ ਵਾ ਇਸ ਪ੍ਰਕਾਰ ਉਹ ਭਾਈ ਰਾਮਾ ਜੀ ਨੂੰ ਕਹਿੰਦੇ ਆ ਕਿ ਜਿਵੇਂ ਤੂੰ ਰੋਜ਼ ਵੇਖ ਕੇ ਦੱਸਦਾ ਉਵੇਂ ਸਾਨੂੰ ਦੱਸ। ਤੋ ਫਿਰ ਭਾਈ ਰਾਮਾ ਜੀ ਕੋਲ ਆਉਂਦੇ ਤੇ ਇਸ ਪ੍ਰਕਾਰ ਦੱਸਦੇ ਹਨ ਭਾਈ ਰਾਮਾ ਜੀ ਵਿਖਾ ਕੇ ਤ੍ਰਿਪਤੇ ਨਾਹੇ ਤੋ ਬਾਬਾ ਰਾਮ ਕੌਰ ਜੀ ਕਹਿੰਦੇ ਵੇਖ ਭਾਈ ਰਾਮੇ ਅਸੀਂ ਅਜੇ ਰੱਜੇ ਆ ਕਿ ਨਹੀਂ ਰੱਜੇ ਆ ਸਾਡੇ ਪੇਟ ਨੂੰ ਹੱਥ ਲਾ ਕੇ ਵੇਖਣਾ ਕਰ। ਸੁਨ ਰਾਮਾ ਸੇਵਕ ਤਬੈ ਤੇ ਉਸ ਸਮੇਂ ਭਾਈ ਰਾਮ ਕੌਰ ਜੀਆਂ ਦਾ ਹੁਕਮ ਮੰਨ ਕੇ ਜਿਹੜੇ ਸੇਵਕ ਸੀ ਭਾਈ ਰਾਮਾ ਜੀ ਹੇ ਰਹਿ ਹੋਏ ਕਰ ਪਾਹੇ ਤੋ ਇਸ ਪ੍ਰਕਾਰ ਭਾਈ ਰਾਮਾ ਜੀ ਜਿਹੜੇ ਸਨ ਖਾਲਸਾ ਜੀ ਉਹ ਕਿਉਂਕਿ ਸਾਧੂ ਵੀ ਐਸੀ ਬਿਰਤੀ ਦੇ ਸੀ ਇਹਨਾਂ ਦੇ ਪਾਸ ਜਿਹੜੇ ਰਹਿੰਦੇ ਉਹ ਵੀ ਐਸੀ ਬਿਰਤੀ ਦੇ ਸੀ ਕਿ ਚਤੁਰ ਚਲਾਕ ਦਾ ਉੱਥੇ ਕੋਈ ਕੰਮ ਨਹੀਂ। ਤੋ ਭਾਈ ਰਾਮਾ ਜੀ ਵੀ ਫਿਰ ਇਹੋ ਜੀ ਬਿਰਤੀ ਭਾਈ ਰਾਮਾ ਜੀ ਦੀ ਦੀਵਾਨੇ ਮਸਤਾਨੇ ਸਨ। ਤੋ ਇਸ ਪ੍ਰਕਾਰ ਫਿਰ ਜਿਹੜੇ ਵਾ ਉਹ ਭਾਈ ਰਾਮਾ ਜੀ ਵੇਖਦੇ ਸੀਗੇ। ਇਸ ਪ੍ਰਕਾਰ ਕਿਵੇਂ ਵੇਖਦੇ ਸੀ ਕਵੀ ਜੀ ਦੱਸਦੇ ਆ ਚਾਪਈ ਉਪਰ ਉਦਰ ਹਾਥ ਕਹਾ ਫੇਰ ਹੈ ਇਹ ਭਾਈ ਰਾਮਾ ਜੀ ਜਿਹੜੇ ਵੈ ਨਾ ਉਹ ਬਾਬਾ ਰਾਮ ਕੌਰ ਜੀਆਂ ਦੇ ਪੇਟ ਤੇ ਫਿਰ ਹੱਥ ਫੇਰਿਆ ਕਰਦੇ ਸਨ ਜਦੋਂ ਪ੍ਰਸ਼ਾਦਾ ਛਕਦੇ ਨਿਤ ਸਮ ਉੱਚੋ ਹੋਵਤ ਹੈ ਤੇ ਅੰਦਾਜ਼ਾ ਲਾ ਲੈਂਦੇ ਵੀ ਜਿੰਨਾ ਰੋਜ਼ ਪੇਟ ਭਰਦਾ ਉਹਨਾਂ ਕੁ ਉੱਚਾ ਜਿਹੜਾ ਇਹ ਪੇਟ ਹੋ ਗਿਆ ਹੈ ਬਾਬਾ ਜੀ ਦਾ। ਕਹੈ ਬੰਦ ਕਰ ਤ੍ਰਿਪਤੇ ਅਬੈ ਫਿਰ ਦੋਵੇਂ ਹੱਥ ਜੋੜ ਕੇ ਭਾਈ ਰਾਮਾ ਜੀ ਕਹਿੰਦੇ ਮਹਾਂਪੁਰਖੋ ਰੱਜ ਲੈ ਹੁਣ ਬਸ ਕਰੋ ਆਪ ਜੀ ਦਾ ਪੇਟ ਭਰ ਗਿਆ ਹੈ। ਨਿਤ ਸਮ ਭੋਜਨ ਕੀਨਸ ਸਬੈ ਜਿੰਨਾ ਕੋ ਆਪ ਰੋਜ਼ ਪ੍ਰਸ਼ਾਦਾ ਛਕਦੇ ਹੋ ਉਹਨਾਂ ਪ੍ਰਸ਼ਾਦਾ ਤੁਸੀਂ ਛਕ ਲਿਆ ਹੈ ਆ ਮੈਂ ਅੰਦਾਜ਼ਾ ਲਾ ਵੇਖਿਆ ਹੈ। ਪੁਨ ਜਲ ਪਾਨ ਕਰਹਿ ਕਰ ਧੋਏ ਉਹਨਾਂ ਫਿਰ ਹੱਥ ਜਲ ਛਕ ਕੇ ਠੰਡਾ ਤੇ ਉਪਰੰਤ ਜਿਹੜੇ ਵੇ ਹੱਥ ਜਿਹੜੇ ਵੇ ਉਹ ਸੁੱਚੇ ਕਰ ਲੈਂਦੇ ਸਨ ਬਾਬਾ ਰਾਮ ਕੌਰ ਜੀ। ਪਰਮਹੰਸ ਇਸ ਬਿਦ ਰਹਿ ਸੋਏ ਇਹੋ ਜੀ ਪਰਮਹੰਸ ਵਰਗੀ ਬਿਰਤੀ ਸੀ ਬਾਬਾ ਰਾਮ ਕੌਰ ਦੀ। ਤੋ ਸ਼੍ਰੀਮਾਨ ਗਿਆਨੀ ਸੁਲੱਖਣ ਸਿੰਘ ਜੀ ਸਤਿਪੁਰਖ ਵਿਦਾਸ ਦੇ ਵਿਦਿਆ ਦਾਤੇ ਖਾਲਸਾ ਜੀ ਸਾਨੂੰ ਇੱਥੇ ਕਈ ਵਾਰੀ ਦੱਸਿਆ ਕਰਦੇ। ਇੱਕ ਵਾਰੀ ਬਾਬਾ ਰਾਮ ਕੌਰ ਜੀ ਪੁੱਛਦੇ ਵੈ ਭਾਈ ਰਾਮਾ ਜੀ ਨੂੰ ਵੀ ਤੂੰ ਕਿਵੇਂ ਦਾ ਪਤਾ ਲੱਗ ਜਾਂਦਾ ਵੀ ਅਸੀਂ ਰੱਜ ਗਏ ਹਾਂ। ਉਹ ਭਾਈ ਰਾਮਾ ਜੀ ਕਹਿੰਦੇ ਮਹਾਰਾਜ ਮੈਂ ਰੱਸੀ ਰੱਖੀ ਹੋਈ ਆ ਉਹਨੂੰ ਦੋ ਪਾਸੇ ਗੰਢਾਂ ਮਾਰੀਆਂ ਜਦੋਂ ਗੰਢ ਨਾਲ ਗੰਢ ਮਿਲ ਜਾਂਦੀ ਮੈਂ ਅੰਦਾਜ਼ਾ ਲਾ ਲੈਣਾ ਵੀ ਹੁਣ ਇਹਨਾਂ ਦਾ ਪੇਟ ਭਰ ਗਿਆ ਹੈ। ਇਹੋ ਜੀ ਖਾਲਸਾ ਜੀ ਬਾਬਾ ਰਾਮ ਕੌਰ ਜੀਆਂ ਦੀ ਅਵਸਥਾ ਸੀ ਬਦੇ ਮੁਕਤ ਸਨ ਤੇ ਭਾਈ ਰਾਮਾ ਜੀ ਵੀ ਵੈਸੇ ਹੀ ਸਨ ਕਿਉਂਕਿ ਸਾਧੂ ਦੇ ਪਾਸ ਖਾਲਸਾ ਜੀ ਜਿਹੜੇ ਵਾ ਉਹ ਪਾਰਸ ਤਾਂ ਖਾਲਸਾ ਜੀ ਸੋਨੇ ਨੂੰ ਸੋਨਾ ਬਣਾ ਸਕਦਾ ਹੈ। ਪਾਰਸ ਨਹੀਂ ਪਾਰਸ ਮੈਂ ਕੰਚਨ ਮੈਂ ਅਰ ਪਾਰਸ ਮੈਂ ਅਰ ਸੰਤ ਮੈਂ ਵੱਡੋ ਅੰਤਰੋ ਜਾਨ ਵਹਿ ਲੋਹਾ ਕੰਚਨ ਕਰੈ ਵਹਿ ਕਰ ਹੈ ਆਪ ਸਮਾਨ। ਕੰਚਨ ਸੋਨੇ ਨੂੰ ਕਹਿੰਦੇ ਵਾ ਪਾਰਸ ਤਾਂ ਖਾਲਸਾ ਜੀ ਮਨੂਰ ਸੜੇ ਲੋਹੇ ਨੂੰ ਸੋਨਾ ਬਣਾ ਸਕਦਾ ਪਾਰਸ ਨਹੀਂ ਬਣਾ ਸਕਦਾ ਆਪ ਦੇ ਵਰਗਾ ਨਹੀਂ ਕਰਦਾ। ਪਰ ਸੰਤਾਂ ਵਿੱਚ ਖਾਲਸਾ ਜੀ ਵਡਿਆਈ ਹੈ ਉਹ ਜਿਹੋ ਦੇ ਆਪ ਹੁੰਦੇ ਵਾ ਕਰ ਹੈ ਆਪ ਸਮਾਨ ਆਪ ਦੇ ਵਰਗੀ ਬਣਾ ਲੈਂਦੇ। ਭਾਵ ਪਾਰਸ ਸੋਨੇ ਨੂੰ ਲੋਹੇ ਨੂੰ ਸੋਨਾ ਬਣਾਉਂਦਾ ਪਾਰਸ ਨਹੀਂ ਪਰ ਸੰਤ ਕੋਲ ਖਾਲਸਾ ਜੀ ਜਿਹੜਾ ਆ ਗਿਆ ਉਹੀ ਸੰਤ ਬ੍ਰਹਮ ਗਿਆਨੀ ਬਣ ਜਾਂਦਾ ਹੈ। ਤੋ ਇਉਂ ਸਾਨੂੰ ਫਿਰ ਉੱਥੇ ਗਿਆਨੀ ਜੀ ਦੱਸਿਆ ਕਰਦੇ ਸੀ ਕਿ ਇਸ ਪ੍ਰਕਾਰ ਉਹ ਰੱਸੀ ਰੱਖਿਆ ਕਰਦਾ ਭਾਈ ਰਾਮਾ। ਜਦੋਂ ਹੀ ਉਹ ਪ੍ਰਸ਼ਾਦਾ ਛਕਣ ਲੱਗਦੇ ਥੋੜੇ ਟਾਈਮ ਬਾਅਦ ਉਹ ਫਿਰ ਮੇਲ ਕੇ ਵੇਖ ਲੈਂਦੇ ਜਦੋਂ ਰੱਸੀ ਦੇ ਨਾਲ ਉਹ ਗੰਢ ਨਾਲ ਗੰਢ ਮੂੰਹ ਜੁੜ ਜਾਂਦਾ ਦੋ ਪਾਸੇ ਫਿਰ ਕਹਿੰਦੇ ਮਹਾਂਪੁਰਸ਼ ਹੁਣ ਰੱਜ ਲੈ ਫਤਿਹ ਕਰੋ। ਇਹੋ ਜਿਹੇ ਖਾਲਸਾ ਜੀ ਫਿਰ ਉਹ ਬਾਬਾ ਰਾਮ ਕੌਰ ਜੀ ਕਹਿੰਦੇ ਅੱਛਾ ਰਾਮੇ ਰੱਜ ਲੈ ਤੇ ਚਲੋ ਭਾਈ ਹੁਣ ਫਤਿਹ ਕਰ ਜਾਂਦੇ ਵਾ। ਉਦੋਂ ਪ੍ਰਸ਼ਾਦਾ ਜਿਹੜਾ ਵੇ ਆਨੰਦ ਕਰਦੇ ਸਨ ਇਹੋ ਜੀ ਬਿਰਤੀ। ਤੋ ਫਿਰ ਇਸੇ ਪ੍ਰਕਾਰ ਹੱਥ ਪਾਣੀ ਜਿਹੜੇ ਵੇ ਧੋ ਲੈਂਦੇ। ਪਰਮਹੰਸ ਵਰਗੀ ਜਿਹੜੀ ਵਾ ਉਹ ਬਿਰਤੀ ਸੀਗੀ ਬ੍ਰਹਮ ਗਿਆਨੀ ਬਾਬਾ ਰਾਮ ਕੌਰ ਜੀਆਂ ਦੀ। ਕਬ ਤਨ ਸੁਧ ਕਬਹੂ ਨਹਿ ਹੋਏ ਆਪਦੇ ਸਰੀਰ ਦੀ ਸੁਧ ਖਬਰ ਕਦੀ ਹੁੰਦੀ ਸੀ ਤੇ ਕਦੀ ਆਪਦੇ ਸਰੀਰ ਦੀ ਵੀ ਇਹਨਾਂ ਨੂੰ ਖਬਰਸਾਰ ਸੁਧ ਭੁੱਲ ਜਾਂਦੀ। ਬੋਲਹਿ ਕਬ ਹੈ ਬੁਲਾਏ ਕੋਏ ਤੇ ਬੋਲਦੇ ਉਦੋਂ ਸੀ ਜਦੋਂ ਕੋਈ ਬੁਲਾਉਂਦਾ ਸੀ ਅਨਿਆਥਾ ਕਦੇ ਮੁਖੋਂ ਬਚਨ ਨਹੀਂ ਕਹਿੰਦੇ ਸਨ। ਕਬਹੂ ਬਸਤਰ ਸੰਭਾਰਤ ਦਾਸ ਆ ਬਸਤਰ ਵੀ ਜਿਹੜੇ ਵੇ ਜਦੋਂ ਸਰੀਰ ਦੀ ਸੁਧ ਭੁੱਲ ਜਾਂਦੀ ਸਰੀਰ ਦੇ ਬਸਤਰ ਵੀ ਖਾਲਸਾ ਜੀ ਫਿਰ ਉਹ ਦਾਸ ਭਾਈ ਰਾਮਾ ਹੀ ਸਾਂਭਦਾ ਸੀਗਾ। ਦਸਤਾਰ ਵੀ ਨਹੀਂ ਪਤਾ ਲੱਗਦੀ ਸੀ ਸਰੀਰ ਦੇ ਚੋਲਾ ਕੱਪੜੇ ਖਾਲਸਾ ਜੀ ਐਸੀ ਹਾਲਤ ਸੀਗੀ
ਜਦੋਂ ਦੇਹ ਦੀ ਖਾਲਸਾ ਜੀ ਸੁੱਧ ਭੁੱਲ ਜਾਂਦੀ, ਤੋ ਫਿਰ ਦਸਤਾਰ ਆਦਿਕ, ਚੋਲਾ, ਕੱਪੜੇ, ਸਭ ਕਛਹਿਰ ਆਦਿਕ ਸਾਰੀ ਕਿਰਿਆ ਭਾਈ ਰਾਮਾ ਜੀ ਕਰਦੇ ਸਨ। ऊपर को पहराए सो पास, ਤੋ ਇਸ ਪ੍ਰਕਾਰ ਭਾਈ ਰਾਮਾ ਜੀ ਉੱਪਰੋਂ ਜਿਹੜੇ ਵੇ ਦਸਤਾਰ ਆਦਿਕ ਕੱਪੜੇ ਪਹਿਨਾਉਂਦੇ ਸੀ ਕੋਲ ਰਹਿ ਕਰਕੇ, अंतर्मुखी भृत नित राखै, ਕਿਉਂਕਿ ਬਾਬਾ ਰਾਮ ਕੌਰ ਜੀ ਆਪਣੀ ਬਿਰਤੀ ਸਦਾ ਅੰਤਰਮੁਖੀ ਰੱਖਦੇ ਸਨ। बोलत जब बिनती बह ਤੇ पाखै, ਉਦੋਂ ਬੋਲਦੇ ਸੀ ਜਦੋਂ ਕੋਈ ਬਹੁਤੀ ਬੇਨਤੀ ਕਰਿਆ ਕਰਦਾ। दीर्घ केश पाह दोहत केरे, ਆ ਜਿਹੜੇ ਆ ਸੇਲੀਆਂ ਪ੍ਰਵੱਟੇ ਹੁੰਦੇ, ਕਵੀ ਜੀ ਕਹਿੰਦੇ ਐਡੇ ਸੇਲੀਆਂ ਦੇ ਕੇਸ ਕਾਫੀ ਲੰਬੇ ਹੋ ਚੁੱਕੇ ਸੀਗੇ ਇਹਨਾਂ ਦੇ ਮਹਾਂਪੁਰਸ਼ਾਂ ਦੇ। ਤੋ ਸੇਲੀਆਂ ਦੇ ਕੇਸ ਜਿਹੜੇ ਸੀਗੇ ਉਹ ਪ੍ਰਵੱਟੇ, ਰੋਮ ਬੜੇ ਲੰਮੇ ਸਨ। दीर्घ पलक है कब है उघेरे, ਤੇ ਕਦੀ ਕਦੀ ਆਪਣੀਆਂ ਅੱਖਾਂ ਲੰਮੀਆਂ ਪਲਕਾਂ ਸੀ, ਜਿਨ੍ਹਾਂ ਦੀ ਅੱਖਾਂ ਦੀਆਂ ਚਿਮਣੀਆਂ ਲੰਮੀਆਂ ਪਲਕਾਂ ਕਦੇ ਹੀ ਖੋਲਿਆ ਕਰਦੇ ਸਨ। नाहे ता मुद्रित रहत बिलोचन, ਤੇ ਜ਼ਿਆਦਾਤਰ ਆਪਣੇ ਨੇਤਰ ਬੰਦ ਹੀ ਰੱਖਦੇ ਸੀ ਬਾਬਾ ਰਾਮ ਕੌਰ ਜੀ। करहै दास की सोच विमोचन, ਤੇ ਜਦੇ ਹੀ ਨੇਤਰ ਖੋਲਦੇ ਸੀ, ਜਿਹਦੇ ਵੱਲ ਵੇਖਦੇ ਸੀ ਸਭ ਚਿੰਤਾ ਫਿਕਰ ਉਹਦੇ ਕੱਟ ਕੇ ਰੱਖ ਦਿੰਦੇ। दास लख है नित को व्यवहारा, ਤੋ ਇਹ ਜਿਹੜੇ ਵਿਵਹਾਰ ਸੀ ਇੱਥੇ ਡੇਰੇ ਦਾ ਸਾਰਾ ਉਹ ਦਾਸ ਹੀ ਵੇਖਦੇ ਸੀ, ਜਿਹੜੇ ਇੱਥੇ ਸਿੱਖ ਰਹਿੰਦੇ ਸਨ। ਬਾਬਾ ਜੀ ਨੂੰ ਕੋਈ ਪਤਾ ਨਹੀਂ। सदा करावह तिसी प्रकारा, ਉਹ ਜਿਹੜੀ ਆ ਖੇਤੀ ਵਗੈਰਾ ਜਿੰਨਾ ਕਾਰਜ ਸੀ ਸਾਰਾ ਉਹ ਆਪ ਹੀ ਸਿੱਖ ਕਰਦੇ ਕਰਾਉਂਦੇ ਸੀਗੇ। ਭਾਵ ਕਿ ਇਸ ਪਾਸੇ ਮਹਾਂਪੁਰਸ਼ਾਂ ਦੀ ਕੋਈ ਬਿਰਤੀ ਨਹੀਂ, ਸਦਾ ਪਰਮੇਸ਼ਰ ਦੇ ਵਿੱਚ ਹੀ ਸਥਿਤ ਰਹਿੰਦੇ, ਪਰਮੇਸ਼ਰ ਦੀ ਬੰਦਗੀ ਵਿੱਚ ਹੀ। आमद खर्च संभारन करै, ਆ ਸਿੱਖ ਸੇਵਕੀ ਆਮਦਨ ਜਿਹੜੀ ਹੁੰਦੀ ਉਹ ਜੋੜੀ ਜਾਂਦੇ, ਉਹਦੇ ਵਿੱਚੋਂ ਖਰਚਾ ਕਰੀ ਜਾਂਦੇ, ਉਹ ਡੇਰੇ ਦਾ ਕੰਮਕਾਜ ਚੱਲੀ ਜਾਂਦਾ। देन लेन निज इच्छ विचरै, ਆਪਦੀ ਇੱਛਾ ਅਨੁਸਾਰ ਹੀ, ਨਹੀਂ ਰੋਕ ਟੋਕ ਕੋਈ ਨਹੀਂ ਸੀ ਉੱਥੇ ਸਿੱਖਾਂ ਨੂੰ। ਆਪਦੀ ਇੱਛਾ ਅਨੁਸਾਰ ਹੀ ਕੋਈ ਖਾਈ ਪੀ ਜਾਵੇ, ਪੈਸਾ ਵਰਤੋ, ਜੋ ਮਰਜ਼ੀ ਖਾਓ ਪੀਓ। ਦਾਸ ਸੇਵਕ ਜਿਹੜੇ ਸੀ ਆਪਦੀ ਇੱਛਾ ਅਨੁਸਾਰ ਹੀ ਉਹ ਜੋ ਕਾਰਜ ਕਰਦੇ ਕਰਵਾਉਂਦੇ ਸੀ। ਮਹਾਂਪੁਰਸ਼ਾਂ ਦੇ ਵਿੱਚ ਕੋਈ ਦਖਲ ਨਾ ਹੁੰਦਾ। दोहरा एक रस बृति अखंड रहै, ਉਹ ਅੱਗੇ ਜਿਹੜੀ ਚੌਥੀ ਅੰਸੂ ਆਰੰਭ ਹੁੰਦਾ ਵੈ। ਭਾਈ ਰਾਮ ਕੌਰ ਜੀ ਦਾ ਕੁਝ ਪ੍ਰਸੰਗ ਕਵੀ ਜੀ ਹੋਰ ਦੱਸਦੇ ਵੈ, ਜਿਨ੍ਹਾਂ ਦੀ ਸਦਾ ਇੱਕ ਰਸ ਬਿਰਤੀ ਅਖੰਡ ਰਹਿੰਦੀ ਹੈ। ब्रह्म ज्ञान के माहे, ਇਹਦੇ ਵਿੱਚ ਬ੍ਰਹਮ ਦੇ ਗਿਆਨ ਵਿੱਚ ਜਿਨ੍ਹਾਂ ਦੀ ਅਖੰਡ ਇੱਕ ਰਸ ਬਿਰਤੀ ਸਥਿਤ ਰਹਿੰਦੀ ਹੈ। आए कदाचित जगत देश, ਤੇ ਕਦੇ ਹੀ ਉਹਨਾਂ ਦੀ ਬਿਰਤੀ ਜਿਹੜੀ ਵੈ ਉਹ ਆਉਂਦੀ ਹੈ ਸੰਸਾਰ ਵਾਲੇ ਪਾਸੇ, ਅਨਿਥਾ ਸਦਾ ਹੀ ਬ੍ਰਹਮ ਦੀ ਗਿਆਨ ਵਿੱਚ ਹੀ ਅਪਰੋਖ ਗਿਆਨ ਵਿੱਚ ਸਥਿਤ ਰਹਿੰਦੇ ਹਨ। रहत दास बह पाहे, ਬੜੇ ਸਿੱਖ ਸੇਵਕ ਬਾਬਾ ਰਾਮ ਕੌਰ ਜੀਆਂ ਦੇ ਪਾਸ ਰਹਿੰਦੇ ਆ। चापई एक समय तुरकन की सेना, ਕਹਿੰਦੇ ਕਵੀ ਜੀ ਇੱਕ ਦਿਨ ਐਸਾ ਪਿਆ ਕਿ ਤੁਰਕਾਂ ਦੀ ਬੜੀ ਭਾਰੀ ਸੈਨਾ आए परी लूटन कह ऐना, ਬਾਬਾ ਰਾਮ ਕੌਰ ਜੀਆਂ ਦਾ ਘਰ ਲੁੱਟਣ ਵਾਸਤੇ, ਡੇਰਾ ਲੁੱਟਣ ਨੂੰ ਇਹਨਾਂ ਦੀ ਸੈਨਾ ਪਈ ਹੈ ਤੁਰਕਾਂ ਦੀ। वस्त्र विभूषण बासन भारे, ਇੱਥੇ ਜਿਹੜੇ ਬਸਤਰ ਪਏ ਸੀ, ਕਪੜਾ ਆਦਿਕ ਬੜੇ ਗਹਿਣੇ, ਸੋਨਾ ਗਹਿਣਾ ਗੱਟਾ ਜਾਂ ਹੋਰ ਵੀ ਜੋ ਸਾਜੋ ਸਮਾਨ ਸੀ। तुरंग धेन महखी गन सारे, ਬੜੇ ਘੋੜੇ ਸੀਗੇ, ਮੱਝਾਂ ਗਾਈਆਂ ਜਿਹੜੀਆਂ ਡੇਰੇ ਵਿੱਚ ਰੱਖੀਆਂ ਹੋਈਆਂ ਸੀ ਸਿੱਖਾਂ ਦੁਆਰਾ। देग कराहे बड़ बरटोहे, ਉਹ ਸਾਰੇ ਜਿਹੜਾ ਜੋ ਵੀ ਸੀਗੀ ਦੇਗ ਦੇ ਵੱਡੇ ਵੱਡੇ ਕੜਾਹੇ ਸਨ, ਲੰਗਰ ਦੇ ਜਿੰਨਾ ਵੀ ਸਾਜੋ ਸਮਾਨ ਸੀ। अन्न बहुत सब लीन सखोहे, ਬਲਟੋਹੇ ਆਦਿਕ ਅੰਨ ਜਿੰਨਾ ਭੰਡਾਰ ਵਿੱਚ ਪਿਆ ਹੋਇਆ ਸੀ, ਚੌਲ ਕਣਕ ਜੋ ਵੀ ਆਦਿਕ, ਉਹ ਸਾਰਾ ਕੁਝ ਇਹਨਾਂ ਨੇ ਖਸੋਟ ਲਿਆ, ਲੁੱਟ ਲੈਣਾ ਕੀਤਾ ਤੁਰਕਾਂ ਨੇ। दास उपाय करत बहक रहे, ਬਾਬਾ ਰਾਮ ਕੌਰ ਜੀਆਂ ਦੇ ਪਾਸ ਰਹਿੰਦੇ ਹੋਏ ਸਿੱਖਾਂ ਨੇ ਬੜੇ ਉਪਾਅ ਕੀਤੇ, ਪਰ ਕੋਈ ਵੀ ਜਿਹੜੀ ਵੀ ਉਹ ਗੱਲ ਨਾ ਬਣੀ। ਇਹ ਸੈਨਾ ਨੇ ਸਾਰਾ ਕੁਝ ਹੀ ਲੁੱਟ ਲੈਣਾ ਕੀਤਾ। क्या जबरी तुम ठाणत अहे, ਦੱਸਿਆ ਕਿ ਤੁਸੀਂ ਕਿਉਂ ਜ਼ਬਰਦਸਤੀ ਕਰ ਰਹੇ ਹੋ ਭਾਈ ਤੁਰਕੋ। कह बह रहे न मानी काहू, ਇਹਨਾਂ ਇੱਕ ਨਾ ਮੰਨੀ, ਚਾਹੇ ਸਿੱਖਾਂ ਆਖਿਆ ਤੁਹਾਡਾ ਰਾਜ ਭਾਗ ਦਿੱਤਾ ਹੋਇਆ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਹੈ, ਗੁਰੂ ਨਾਨਕ ਮਹਾਰਾਜ ਦੇ ਘਰ ਨੂੰ ਹੀ ਤੁਸੀਂ ਲੁੱਟਣ ਪਏ। ਪਰ ਇਹਨਾਂ ਤੁਰਕਾਂ ਨੇ ਹੰਕਾਰ ਦੇ ਮਾਰਿਆਂ ਸਿੱਖਾਂ ਦਾ ਕੋਈ ਬਚਨ ਨਾ ਮੰਨਿਆ। छीन लीन सब वाथ कर माहू, ਜਿੰਨੀਆਂ ਇੱਥੇ ਘਰ ਵਿੱਚ ਡੇਰੇ ਵਿੱਚ ਬਾਬਾ ਰਾਮ ਕੌਰ ਸਤਪੁਰਖਾਂ ਦੇ ਡੇਰੇ ਵਿੱਚ ਵਸਤਾਂ ਸੀ, ਸਭ ਲੁੱਟ ਕੇ ਲੈ ਗਏ ਆ। बैठे राम कोयर जह पाई, ਜਿੱਥੇ ਬਾਬਾ ਰਾਮ ਕੌਰ ਜੀ ਸਤਪੁਰਸ਼ ਬੈਠੇ ਹੋਏ ਆ, जाए निकट सद देत सुनाई, ਸਿੱਖ ਨੇ ਜਾ ਕੇ ਖਬਰ ਦਿੱਤੀ ਵੈ, ਸਾਰੀ ਗੱਲ ਦੱਸਣਾ ਕੀਤੀ। सुन कर मन मह कछु न
ਜਾਣੈ ਕਿ ਸਤਿਪੁਰਖੋ ਆਪਣਾ ਸਾਰਾ ਡੇਰਾ ਜਿਹੜਾ ਵਾ ਤੁਰਕਾਂ ਦੁਆਰਾ ਲੁੱਟਿਆ ਗਿਆ। ਬੜੀ ਵਾਰ, 2 ਵਾਰ, 4 ਵਾਰ ਇਹ ਬੇਨਤੀ ਸਿੱਖ ਨੇ ਖਬਰ ਦਿੱਤੀ ਕਿ ਆਪਣੇ ਡੇਰੇ ਵਿੱਚ ਕੱਖ ਨਹੀਂ ਛੱਡਿਆ, ਤੁਰਕ ਸਭ ਲੁੱਟ ਕੇ ਲੈ ਗਏ। ਪਰ ਮਹਾਂਪੁਰਸ਼ਾਂ ਨੇ ਕੋਈ ਗੱਲ ਨਹੀਂ ਗੌਲੀ ਉਸ ਸਿੱਖ ਦੀ। ਨਹਿ ਦਾਸਣ ਸੋ ਬਾਕ ਬਖਾਨੈ ਤੇ ਬੋਲੇ ਵੀ ਕੁਝ ਨਾ, ਚੁੱਪ ਹੀ ਬੈਠੇ ਰਹੇ ਆਪਦੇ ਆਸਣ ਉੱਪਰ। ਕਈ ਹਜ਼ਾਰਨ ਕੋ ਧਨ ਗਇਓ ਦੱਸਿਆ ਮਹਾਂਪੁਰਸ਼ੋ ਕਈ ਹਜ਼ਾਰਾਂ ਦਾ ਧਨ ਮਾਇਆ ਸੰਪत्ति ਇਸ ਡੇਰੇ ਵਿੱਚੋਂ ਲੁੱਟੀ ਗਈ ਹੈ। ਘਰ ਮਹਿ ਨਹੀਂ ਪਦਾਰਥ ਰਹਿਓ ਕੋਈ ਖਾਣ ਜੋਗਾ ਪਦਾਰਥ ਵੀ ਤੁਰਕਾਂ ਨੇ ਘਰ ਵਿੱਚ ਛੱਡਿਆ ਨਹੀਂ। ਲੈ ਕਰ ਸਕਲ ਤੁਰਕ ਕੀ ਸੈਨਾ ਸਭ ਲੈ ਗਿਆ ਤੁਰਕਾਂ ਦੀ ਸੈਨਾ। ਜਾਏ ਪਹੁੰਚੀ ਆਪਣੇ ਐਨਾ ਆਪਦੇ ਘਰ ਨੂੰ ਗਏ ਵਾ ਲੈ ਕੇ, ਆਪਣੇ ਮਹਿਲਾਂ ਨੂੰ ਚਲੀ ਗਈ ਸੈਨਾ ਤੁਰਕਾਂ ਦੀ। ਲਵਪੁਰ ਕੋ ਸੂਬਾ ਇਕ ਹੁਤੋ ਤੋ ਇਹ ਲਾਹੌਰ ਦਾ ਸੂਬਾ ਸੀ ਖਾਲਸਾ ਜੀ, ਅਨਾਇਤ ਖਾਨ ਨਾਮ ਜਿਸ ਦਾ ਹੈ। ਸੋ ਜਾਣਤ ਸਭ ਬਿਦ ਇਨ ਮਤੋ ਕਵੀ ਜੀ ਕਹਿੰਦੇ ਉਹ ਜਾਣਦਾ ਸੀਗਾ ਸਤਿਪੁਰਖ ਬਾਬਾ ਰਾਮ ਕੌਰ ਜੀਆਂ ਦੇ ਪ੍ਰਤਾਪ ਨੂੰ, ਇਸ ਘਰ ਨੂੰ ਵੀ ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ। ਇਹ ਜਿਹੜਾ ਅਨਾਇਤ ਖਾਨ ਚੰਗੀ ਤਰ੍ਹਾਂ ਜਾਣਦਾ ਸੀ ਸਤਿਪੁਰਖਾਂ ਦੇ ਪ੍ਰਤਾਪ ਨੂੰ ਤੇ ਗੁਰੂ ਨਾਨਕ ਮਹਾਰਾਜ ਦੇ ਘਰ ਦੀ ਵਡਿਆਈ ਨੂੰ। ਮਹਿਮਾ ਮਹਾ ਪਛਾਨਹਿ ਸੋਏ ਉਹ ਜਾਣਦਾ ਸੀਗਾ ਇਸ ਦਰਬਾਰ ਗੁਰੂ ਘਰ ਦੀ ਕਿੰਨੀ ਮਹਿਮਾ ਹੈ, ਇਸ ਸੰਤਾਂ ਮਹਾਂਪੁਰਖਾਂ ਦੀ, ਗੁਰੂ ਕਿਆਂ ਦੀ ਤੇ ਗੁਰੂ ਕੇ ਸਿੱਖਾਂ ਦੀ। ਸੁਖ ਦੁਖ ਮੈਂ ਇੱਕ ਰਸ ਨਿਤ ਹੋਏ ਉਹ ਅਨਾਇਤ ਖਾਨ ਜਾਣਦਾ ਵੀ ਇਹ ਜਿਨ੍ਹਾਂ ਦਾ ਡੇਰਾ ਲੁੱਟ ਕੇ ਫੌਜ ਲੈ ਆਈ ਆ, ਇਹ ਤਾਂ ਸਦਾ ਇੱਕ ਰਸ ਰਹਿਣ ਵਾਲੀ ਬਿਰਤੀ ਵਾਲੇ ਸਾਧੂ ਬਾਬਾ ਰਾਮ ਕੌਰ ਜੀ ਹਨ। ਹਰਖ ਸ਼ੋਕ ਨਹਿ ਇਨਕੇ ਜਿਨਕੇ ਲੇਸ ਆ ਜਿਨ੍ਹਾਂ ਨੂੰ ਸੁਖ ਦਾ ਦੁੱਖ ਦਾ ਕੋਈ ਪਤਾ ਨਹੀਂ, ਹਰਖ ਸ਼ੋਕ ਲੇਸ ਮਾਤਰ ਵੀ ਜਿਨ੍ਹਾਂ ਨੂੰ ਪਹੁੰਚਦਾ ਨਹੀਂ, ਇੱਕ ਰਸ ਬਿਰਤੀ ਵਾਲੇ ਹਨ। ਇਨਕਾ ਲਖ ਹੈ ਮਹਾ ਦਰਵੇਸ਼ ਤੇ ਉਹ ਜਾਣਦਾ ਹੈ ਵੀ ਇਹ ਬਾਬਾ ਰਾਮ ਕੌਰ ਜੀ ਨੂੰ ਅਨਾਇਤ ਖਾਨ ਬੜੇ ਵੱਡੇ ਮਹਾਨ ਦਰਵੇਸ਼ ਪਰਮੇਸ਼ਰ ਦੇ ਬੰਦੇ ਮੰਨਦਾ ਸੀ। ਇਹੋ ਸੁਧ ਪਹੁੰਚੀ ਤਿਸਕੇ ਪਾਸ ਉਸ ਅਨਾਇਤ ਖਾਨ ਲਾਹੌਰ ਸੂਬੇ ਦੇ ਜਦ ਪਾਸ ਇਹ ਸਾਰੀ ਖਬਰ ਪਹੁੰਚੀ ਵੀ ਸੈਨਾ ਨੇ ਬਾਬਾ ਰਾਮ ਕੌਰ ਦਾ ਡੇਰਾ ਲੁੱਟਿਆ ਹੈ। ਲਿਏ ਲੂਟ ਰਮਦਾਸ ਆਵਾਸ ਰਮਦਾਸ ਭਾਵ ਕਿ ਗੁਰੂ ਰਾਮਦਾਸ ਮਹਾਰਾਜ ਦਾ ਘਰ ਲੁੱਟਣਾ ਕੀਤਾ। ਰਮਦਾਸ ਨਗਰ ਨੂੰ ਸਾਡੀ ਫੌਜ ਸੈਨਾ ਪਈ ਹੈ। ਤਤ ਛਿਨ ਅਸ ਅਰੂੜ ਕਰ ਆਵਾ ਤੋ ਉਸ ਸਮੇਂ ਖਾਲਸਾ ਜੀ ਅਸਵਾਰ ਹੋ ਕੇ ਘੋੜੇ ਤੇ ਜਿਹੜਾ ਇਹ ਅਨਾਇਤ ਖਾਨ ਸੂਬਾ ਲਾਹੌਰ ਚੜ ਕੇ ਆਇਆ ਹੈ। ਲਵਪੁਰ ਤੇ ਤੂਰ ਨਹੀਂ ਧਾਵਾ ਲਾਹੌਰ ਤੋਂ ਬੜੀ ਜਲਦੀ ਦੇ ਨਾਲ ਦੌੜਿਆ ਵੀ ਇਹ ਮੂਰਖ ਜਿਹੜੀ ਸੈਨਾ ਇਹ ਕੀ ਕਿੱਥੇ ਹੱਥ ਪਾ ਬੈਠੀ ਹੈ। ਕੁਛ ਕਸੈਨ ਆਈ ਜਿਹ ਸਾਥ ਕੁਝ ਕੁ ਸੈਨਾ ਨੇ ਆਪਦੇ ਨਾਲ ਲਈ ਤੇ ਇੱਥੇ ਰਮਦਾਸ ਵਾਲੇ ਪਾਸੇ ਨੂੰ ਚਾਲਾ ਪਾਇਆ। ਬਹੁਤ ਵੀ ਸੂਰਤ ਸੁਨ ਕਰ ਗਾਥ ਤੇ ਸੁਣਿਆ ਜਦੋਂ ਵੀ ਬਾਬਾ ਰਾਮ ਕੌਰ ਦਾ ਡੇਰਾ ਲੁੱਟਿਆ, ਇਹ ਬੜਾ ਦੁੱਖ ਮਨਾਉਂਦਾ ਤੇ ਝੂਰਦਾ ਹੋਇਆ ਤੁਰਿਆ ਹੈ। ਰਾਮਦਾਸ ਕੇ ਪਹੁੰਚਿਓ ਗ੍ਰਾਮ ਇੱਥੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਕਹਿ ਲਓ, ਰਮਦਾਸ ਕੇ ਨਗਰ ਵਿੱਚ ਆਣ ਪਹੁੰਚਿਆ ਅਨਾਇਤ ਖਾਨ। ਨਗਨ ਪੈਰ ਹੋਏ ਪ੍ਰਵੇਸ਼ਿਓ ਧਾਮ ਆ ਕਰਕੇ ਤੇ ਖਾਲਸਾ ਜੀ ਬਾਹਰ ਜੁੱਤੀ ਲਾ ਦਿੱਤੀ, ਨਗਰ ਦੇ ਬਾਹਰ ਵਾਰੀ ਜੁੱਤੀ ਲਾ ਕੇ ਤੇ ਨੰਗੇ ਪੈਰੀ ਇਸ ਪਿੰਡ ਵਿੱਚ ਵੜਿਆ। ਬੈਠੇ ਰਾਮ ਕੌਰ ਟਿਕ ਗਇਓ ਤੇ ਇੱਥੇ ਜਿੱਥੇ ਬਾਬਾ ਰਾਮ ਕੌਰ ਜੀ ਮਹਾਂਪੁਰਸ਼ ਬੈਠੇ ਸਥਿਤ ਹੋਏ, ਇਸ ਜਗ੍ਹਾ ਤੇ ਆਣ ਸਤਿਪੁਰਖਾਂ ਦੇ ਚਰਨੀ ਪਿਆ ਹੈ। ਹਾਥ ਜੋੜ ਨਮਰੀ ਬਹ ਭਇਓ ਤੇ ਬੜਾ ਨਿਮਰੀ ਭੂਤ ਹੋ ਕਰਕੇ ਨਿਮਰਤਾ ਸਹਿਤ ਬਾਬਾ ਰਾਮ ਕੌਰ ਜੀਆਂ ਦੇ ਸਨਮੁਖ ਹੱਥ ਜੋੜਦਾ ਹੈ। ਚਰਨ ਸਪਰਸ਼ਨ ਕਰ ਕਰ ਸੰਗ ਦੋਵੇਂ ਹੱਥਾਂ ਦੇ ਨਾਲ ਬਾਬਾ ਰਾਮ ਕੌਰ ਸਤਿਪੁਰਖਾਂ ਦੇ ਚਰਨ ਪਕੜੇ ਐ। ਇਸ ਲਾਹੌਰ ਸੂਬੇ ਨੇ ਬੰਧਨ ਕੀਨ ਤ੍ਰਸਤ ਮਨ ਭੰਗ ਤੇ ਇਉਂ ਜਿਹੜਾ ਵੈ ਨਾ ਉਹ ਬੰਧਨ ਕੀਤੀ, ਨਮਸਕਾਰ ਕੀਤੀ ਹੈ ਬਾਬਾ ਰਾਮ ਕੌਰ ਜੀਆਂ ਨੂੰ। ਤੇ ਡਰ ਵੀ ਲੱਗਦਾ ਇਸ ਨੂੰ ਵੀ ਕਿਤੇ ਇਹਨਾਂ ਦਾ ਮਨ ਨਾ ਕਿਤੇ ਭੰਗ ਹੋ ਜਾਵੇ, ਭਾਵ ਕਿ ਨਾ ਹੋਵੇ ਕਿ ਮਹਾਂਪੁਰਸ਼ ਮੁਖੋਂ ਕੋਈ ਬਚਨ ਬੋਲ ਦੇਣ ਤੇ ਤ੍ਰੈ ਕਾਲ ਆਬਾਦ ਹੋਣਾ ਉਹ ਤੁਰੰਤ ਹੀ ਝਟ ਪੂਰਾ ਹੋ ਜਾਵੇਗਾ। ਜਿਹੜਾ ਅਨਾਇਤ ਖਾਨ ਸੂਬਾ ਲਾਹੌਰ ਵੀ ਮਹਾਂਪੁਰਸ਼ਾਂ ਦੇ ਬਚਨਾਂ ਤੋਂ ਭੈ ਰੱਖਦਾ ਹੈ। ਮੁਖ ਤੇ ਸਰਾਪ ਦੇਹੇ ਕਛ ਨਾਹੀ ਵੀ ਕਿਤੇ ਨਾ ਹੋਵੇ ਮਹਾਂਪੁਰਸ਼ਾਂ ਦਾ ਮਨ ਕੋਈ ਭੰਗ ਹੋ ਜਾਵੇ, ਮਨ ਨੂੰ ਕਸ਼ਟ ਪਹੁੰਚਿਆ ਹੋਵੇ ਡੇਰਾ ਲੁੱਟਿਆ ਜਾਣ ਕਰਕੇ, ਜਿਸ ਕਰਕੇ ਸਤਿਪੁਰਖ ਮੁਖੋਂ ਕੋਈ ਇਹੋ ਜਿਹਾ ਬਚਨ ਕਰ ਦੇਣ। ਖਰਿਓ ਰਹਿਓ ਡਰ ਤਰ ਔਰ ਮਾਹੀ ਤੇ ਇਹ ਜਿਹੜਾ ਵਿਚਾਰਾ ਸੂਬਾ ਲਾਹੌਰ ਵੈ ਹੱਥ ਜੋੜ ਕੇ ਮਨ ਵਿੱਚ ਡਰ ਰੱਖ ਕੇ ਮਹਾਂਪੁਰਸ਼ਾਂ ਦੇ ਅੱਗੇ ਖੜਿਆ ਹੋਇਆ ਹੈ। ਸਹਿਜ ਸੁਭਾਏ ਰਹੇ ਸੋ ਬੈਸੇ ਤੇ ਇਹ ਬਾਬਾ ਰਾਮ ਕੌਰ ਜੀ ਇੱਕ ਰਾਸ ਸਹਿਜ ਸੁਭਾਈ ਉਸ
ਉਸੇ ਤਰ੍ਹਾਂ ਬੈਠੇ ਹੋਏ ਹਨ। ਤਿਸ ਕੋ ਬਾਕ ਨਾ ਭਾਖਿਓ ਕੈਸੇ ਮਹਾਂਪੁਰਸ਼ਾਂ ਨੇ ਇਸ ਦੇ ਤਾਈਂ ਕੋਈ ਵੀ ਬਚਨ ਨਹੀਂ ਆਖਿਆ ਹੈ। ਜਬ ਹੈ ਖਾਨ ਜਾਨੀ ਮਨ ਮਾਹੇ ਜਦੋਂ ਇਸ ਖਾਨ ਨੇ ਜਾਣਿਆ ਆਪਦੇ ਮਨ ਦੇ ਵਿੱਚ, ਸੂਬੇ ਲਾਹੌਰ ਨੇ ਮਨ ਵਿੱਚ ਇਹ ਗੱਲ ਵਿਚਾਰ ਕੀਤੀ ਬਿਨਾ ਬੁਲਾਏ ਬੋਲਹਿ ਨਾਹੇ ਵੀ ਇਹ ਸਾਧੂ ਹੈ ਤਾਂ ਬਿਨਾਂ ਬੁਲਾਏ ਨਹੀਂ ਬੋਲਣਗੇ। ਜਦੋਂ ਮਨ ਵਿੱਚ ਇਹ ਵਿਚਾਰ ਕੀਤੀ ਹੈ, ਬਹੁਤ ਦੀਨਤਾ ਸਾਥ ਬਖਾਨੀ ਬੜੀ ਨਿਮਰਤਾ ਤੇ ਗਰੀਬੀ ਭਾਵ ਮਨ ਵਿੱਚ ਰੱਖ ਕਰਕੇ ਬੇਨਤੀ ਕੀਤੀ ਸੂਬੇ ਲਾਹੌਰ ਨੇ। ਮੋਹੇ ਬਿਖਬਰੀ ਤੇ ਕ੍ਰਿਤ ਠਾਨੀ ਕਹਿੰਦਾ ਵੈ ਕਿ ਮੈਨੂੰ ਜਿਹੜੀ ਵੈ ਖਬਰ ਹੋਈ ਹੈ ਇਹ ਮਹਾਂਪੁਰਸ਼ੋ ਭਈ ਅਵਗਿਆ ਅਧਿਕ ਤੁਮਾਰੀ ਵੀ ਜਿਹੜਾ ਇਹਨਾਂ ਨੇ ਕੰਮ ਕੀਤਾ ਹੈ ਮੇਰੀ ਫੌਜ ਨੇ, ਤੁਹਾਡੀ ਮਹਾਰਾਜ ਇਹ ਬੜੀ ਅਵਗਿਆ ਹੋ ਗਈ ਸਾਡੇ ਪਾਸੋਂ, ਬੜਾ ਮਹਾਰਾਜ ਤੁਹਾਡਾ ਨਿਰਾਦਰ ਹੋਇਆ ਹੈ। ਤੁਰਕ ਅਜਾਣ ਨ ਕੀਨ ਚਿਨਾਰੀ ਇਹ ਮੂਰਖ ਤੁਰਕ ਜਿਹੜੇ ਵੈ ਸਾਡੀ ਸੈਨਾ ਅਣਜਾਣ ਸੀ, ਹੰਕਾਰੇ ਹੋਇਆ ਨੇ, ਇਹਨਾਂ ਨੇ ਵਿਚਾਰ ਨਹੀਂ ਕੀਤੀ, ਪਛਾਣ ਨਹੀਂ ਸਕੇ ਮਹਾਰਾਜ ਤੁਹਾਡੀ ਮਹਿਮਾ ਨੂੰ, ਮੂਰਖ ਹਨ। ਮਿਲ ਮੂਰਖ ਇਕੱਠੇ ਹੋਏ ਆਏ ਐਵੇਂ ਸਾਰੇ ਮੂਰਖ ਇਕੱਠੇ ਹੋ ਕਰਕੇ ਤੇ ਤੁਹਾਡੇ ਰਮਦਾਸ ਨਗਰ ਤੇ ਆਣ ਚੜ ਪਏ ਆ। ਜਿਨ੍ਹਾਂ ਅਖਾਜ ਖਾਜ ਲਖ ਪਾਏ ਜਿਨ੍ਹਾਂ ਨੇ ਜਾਣਿਆ ਨਹੀਂ ਅਖਾਜ ਨਾ ਖਾਣ ਵਾਲੀ ਵਸਤੂ ਗੁਰੂ ਘਰ ਦਾ ਅੰਨ ਸਾਡੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਲੁੱਟ ਕਰਕੇ ਖਾਧਾ ਹਰਾਮ ਹੈ। ਨਾ ਖਾਣ ਯੋਗ ਜਿਹੜਾ ਵਾ ਗੁਰੂ ਘਰ ਦਾ ਪਦਾਰਥ ਵੀ ਇਹਨਾਂ ਨੇ ਖਾਣ ਯੋਗ ਸਮਝਿਆ, ਮੂਰਖਾਂ ਨੇ ਤੇ ਲੁੱਟਣ ਪੈ ਗਏ। ਲੂਟੇ ਗ੍ਰਾਮ ਰੋ ਧਾਮ ਤੁਮਾਰੇ ਸਾਰਾ ਰਮਦਾਸ ਨਗਰ ਇਹਨਾਂ ਮੂਰਖ ਸਾਡੀ ਫੌਜ ਨੇ ਲੁੱਟਿਆ ਤੇ ਨਾਲ ਹੀ ਤੁਹਾਡਾ ਘਰ ਨੂੰ ਵੀ ਲੁੱਟਣ ਪਏ, ਲੁੱਟ ਲੈ ਗਏ ਆ। ਸਭ ਸਜਾਏ ਕੇ ਉਚਿਤ ਵਿਚਾਰੇ ਮਹਾਂਪੁਰਸ਼ੋ ਇਹ ਸਾਰੀ ਫੌਜ ਜਿਹੜੀ ਵੀ ਬੜੀ ਭਾਰੀ ਸਜ਼ਾ ਦੀ ਹੱਕਦਾਰ ਬਣਦੀ ਹੈ। ਆਪ ਕਿਰਪਾ ਕਰ ਕੈ ਫਰਮਾਵਾ ਕਿਰਪਾ ਕਰੋ ਤੇ ਆਪ ਮੁਖੋਂ ਬਚਨ ਕਰੋ। ਗਈ ਵਸਤ ਜੋ ਸਗਲ ਬਤਾਵਾ ਜਿਹੜੀ ਵਸਤੂ ਵੀ ਤੁਹਾਡੀ ਇੱਥੋਂ ਗਈ ਹੈ ਮਹਾਰਾਜ ਆਪ ਕਿਰਪਾ ਕਰੋ ਦੱਸੋ ਤੇ ਅਸੀਂ ਉਹੀ ਜਿਹੜੀਆਂ ਵਸਤੂ ਲੁੱਟੀਆਂ ਗਈਆਂ ਤੁਹਾਨੂੰ ਲੱਗਦੀਆਂ ਹਨ ਕਰ ਕਰ ਕੈਦ ਸਭਨ ਕੋ ਲੇਵਾ ਸਾਨੂੰ ਦੱਸਣਾ ਕਰੋ ਮਹਾਰਾਜ, ਹੁਕਮ ਕਰੋ ਆ ਸਭ ਨੂੰ ਕੈਦ ਕਰਕੇ ਫੌਜ ਤੋਂ ਸਾਰੀ ਵਸਤੂ ਲੁੱਟ ਜਿਹੜੀ ਵਾਪਸ ਦਵਾਵਾਂਗੇ ਲੁੱਟ ਦੀ। ਜੋ ਕੁਛ ਗਈ ਕਹਾ ਸੋ ਦੇਵਾ ਜਿਹੜੀ ਵਸਤੂ ਵੀ ਤੁਹਾਡੇ ਡੇਰੇ ਚੋਂ ਲੁੱਟੀ ਗਈ ਮਹਾਂਪੁਰਸ਼ੋ ਦੱਸੋ, ਅਸੀਂ ਇਹਨਾਂ ਨੂੰ ਕੈਦ ਕਰਕੇ ਦੰਡ ਦੇਵਾਂਗੇ, ਨਾਲੇ ਉਹ ਵਸਤੂ ਵਾਪਸ ਕਰਵਾ ਦੇਵਾਂਗੇ। ਆਪਣੀ ਸ਼ਰਨ ਪਰਿਓ ਮੁਝ ਜਾਨ ਇਹ ਲਾਹੌਰ ਸੂਬਾ ਕਹਿੰਦਾ ਮਹਾਰਾਜ ਮੈਨੂੰ ਆਪਦੀ ਸ਼ਰਨ ਵਿੱਚ ਪਿਆ ਤੁਸੀਂ ਜਾਣਨਾ ਕਰੋ, ਤੁਹਾਡੀ ਚਰਨੀ ਸ਼ਰਣੀ ਆਇਆ ਹਾਂ। ਛਿਮਾ ਕਰਹ ਅਪਰਾਧ ਮਹਾਨ ਜਿਹੜਾ ਮੇਰੀ ਫੌਜ ਨੇ ਬੜਾ ਵੱਡਾ ਅਪਰਾਧ ਗੁਨਾਹ ਕੀਤਾ ਹੈ, ਕਿਰਪਾ ਕਰਕੇ ਉਹ ਅਣਜਾਣ ਸਮਝ ਕੇ ਮਾਫ ਕਰ ਦੇਵੋ, ਤੁਹਾਡੀ ਸ਼ਰਣੀ ਪਏ ਹਾਂ। ਸੁਨੇ ਖਾਨ ਕੇ ਬਾਕ ਸੁਕਾਨ ਜਦੋਂ ਬਾਬਾ ਰਾਮ ਕੌਰ ਜੀ ਸਤਪੁਰਖਾਂ ਨੇ ਅਨਾਇਤ ਖਾਨ ਸੂਬੇ ਲਾਹੌਰ ਦੇ ਬਚਨ ਸੁਣੇ, ਬੇਨਤੀ ਸੁਣੀ ਹੈ। ਦੀਨ ਮਨਾ ਜਾ ਕਰਤ ਬਖਾਨ ਤੇ ਜਦੋਂ ਵੇਖਿਆ ਵੀ ਇਹ ਦੀਨ ਮਨ ਹੋ ਕਰਕੇ ਆਇਨ ਮਾਣਾ ਹੋ ਕਰਕੇ ਬੇਨਤੀਆਂ ਕਰ ਰਿਹਾ ਹੈ, ਉੱਚੋ ਮੁਖ ਕਰ ਨੈਣ ਉਘਾਰੇ ਤੇ ਸਿਰ ਨੀਵੀਂ ਪਾ ਕੇ ਰੱਖਦੇ ਸੀ ਅਕਸਰ ਬਾਬਾ ਰਾਮ ਕੌਰ ਜੀਆਂ ਆਪਣਾ ਸੀਸ ਉੱਪਰ ਚੁੱਕਿਆ ਤੇ ਨੇਤਰ ਖੋਲਿਆ ਜਦ ਵਿਖੇ ਤੁਰਕ ਗਨ ਖਰੇ ਅਗਾਰੇ ਤੇ ਵੇਖਿਆ ਵੀ ਬੜੇ ਤੁਰਕਾਂ ਦੀ ਫੌਜ ਸਮੇਤ ਅਨਾਇਤ ਖਾਂ ਸੂਬਾ ਲਾਹੌਰ ਅੱਗੇ ਖੜਾ ਹੋਇਆ ਹੈ। ਬ੍ਰਿੰਦ ਤੁਰੰਗ ਮਤੰਗਨ ਬਾਹਰ ਬੜੇ ਹਾਥੀ ਘੋੜੇ ਬਾਹਰ ਖੜੇ ਹੋਏ ਦਰਵਾਜ਼ੇ ਉੱਪਰ, ਉਠਤ ਸ਼ਬਦ ਸੁਨੀਅਤ ਗਨ ਜਾਹਰ ਤੇ ਇਸ ਪ੍ਰਕਾਰ ਇਹ ਬਾਬਾ ਰਾਮ ਕੌਰ ਜੀਆਂ ਨੇ ਜਦੋਂ ਸੁਣਿਆ ਬੜਾ ਭਾਰੀ ਆਵਾਜ਼ ਹੁੰਦੀ ਫੌਜ ਦੀ ਬੋਲ ਚਾਲ ਦੀ। ਖਾਨ ਦਿਸ਼ਾ ਅਵਲੋਕਨ ਕੀਨ ਤੋ ਬਾਬਾ ਰਾਮ ਕੌਰ ਜੀਆਂ ਨੇ ਫਿਰ ਖਾਨ ਜਿਹੜਾ ਵੇ ਅਨਾਇਤ ਖਾਂ ਖੜਾ ਸੂਬਾ ਲਾਹੌਰ ਇਹਦੇ ਵੱਲ ਦੇਖਣਾ ਕੀਤਾ ਹੈ। ਬੋਲਿਓ ਰਾਮ ਕੋਇਰ ਪਰਬੀਨ ਬਾਬਾ ਰਾਮ ਕੌਰ ਜੀ ਸਤਪੁਰਖ ਸੁਗੜ ਸਰੂਪ ਬੋਲੇ ਐਸ ਖਾਨ ਦੇ ਤਾਈ, ਹਮਰੋ ਕਛੂ ਨ ਕਿਤ ਤੇ ਗਇਓ ਚਾਰੇ ਪਾਸੇ ਵੇਖ ਕੇ ਕਹਿੰਦੇ ਜੀ ਸਾਡਾ ਇਥੋਂ ਕੁਝ ਵੀ ਨਹੀਂ ਲੁੱਟਿਆ ਗਿਆ ਹੈ। ਤੁਮ ਕੈਸੇ ਬੂਝਤ ਕਿਆ ਪਥਿਓ ਤੁਸੀਂ ਕਹਿੰਦਾ ਇਹ ਖਾਨ ਜੀ ਤੂੰ ਪਤਾ ਨਹੀਂ ਕਿਉਂ ਪੁੱਛੀ ਜਾਣਾ ਵੀ ਲੁੱਟਿਆ ਗਿਆ, ਸਾਡਾ ਤਾਂ ਇਥੋਂ ਕੁਝ ਨਹੀਂ ਲੁੱਟਿਆ, ਸਭ ਸਲਾਮਤ ਹੈ। ਗਿਆਨ ਅਰੂੜ ਬ੍ਰਿਤ ਕੋ ਜਾਨ ਤੇ ਇਹ ਖਾਲਸਾ ਜੀ ਜਾਣ ਗਿਆ ਸੀਗਾ ਜਿਹੜਾ ਇਹ ਖਾਨ ਵੈ ਵੀ ਇਹ ਤਾਂ ਗਿਆਨ ਦੇ ਵਿੱਚ ਅਰੂੜ ਹੋਈ ਪਈ ਇਹਨਾਂ ਦੇ ਚਿੱਤ ਦੀ ਬਿਰਤੀ, ਇਹਨਾਂ ਨੂੰ ਸੰਸਾਰ ਦੇ ਨਾਲ ਕੋਈ ਨਹੀਂ ਜੋ ਮਰਜ਼ੀ ਲੁੱਟਿਆ ਜਾਵੇ, ਤੋ ਇਹਨਾਂ ਦੀ ਬਿਰਤੀ ਬ੍ਰਹਮਾਕਾਰ ਹੋ ਚੁੱਕੀ। ਖਾਨ ਇਸ ਗੱਲ ਨੂੰ ਜਾਣਿਆ ਹੈ। ਪੁਨ ਬੋਲਿਓ ਲਵਪੁਰ ਪਤ ਖਾਨ ਤੇ ਅਨਾਇਤ ਖਾਂ ਫਿਰ ਹੱਥ ਜੋੜ ਕੇ ਜਦੋਂ ਜਾਣਿਆ ਵੀ ਇਹ ਤਾਂ ਬਹੁਤ ਨਿਰਲੇਪ ਹੈ, ਸਾਜੋ ਸਮਾਨ ਤੋਂ ਇਹਨਾਂ ਦੇ ਭਾਅ ਦਾ ਸਭ ਲੁੱਟਿਆ ਗਿਆ, ਸਭ ਭਰਿਆ ਹੀ ਹੈ,
ਇਸ ਪ੍ਰਕਾਰ ਇਹ ਜਾਣ ਕੇ ਜਿਹੜਾ ਅਨਾਇਤ ਖਾਂ ਹੱਥ ਜੋੜ ਕੇ ਬੋਲਿਆ ਹੈ। ਤੁਰਕ ਸੈਨ ਜਬ ਚੜ੍ਹ ਕਰ ਆਈ, ਕਹਿੰਦਾ ਮਹਾਰਾਜ ਜਦੋਂ ਮੇਰਾ ਤੁਰਕਾਂ ਦੀ ਸਾਡੀ ਫੌਜ ਜਿਹੜੀ ਆ ਮੂਰਖਾਂ ਦੀ ਚੜ੍ਹ ਕੇ ਆਈ ਸੀ ਰਮਦਾਸ ਨੂੰ, ਵਸਤ ਤੁਮਾਰ ਲੁੱਟੀ ਸਮੁਦਾਈ। ਤੁਹਾਨੂੰ ਚਾਹੇ ਨਹੀਂ ਮਹਾਰਾਜ ਤੁਸੀਂ ਜਾਣਦੇ, ਪਰ ਇਹ ਸਾਰਾ ਕੁਝ ਇਥੋਂ ਲੁੱਟ ਕੇ ਲੈ ਗਈ ਹੈ। ਸੋ ਸਗਰੀ ਮੁਝ ਦੇਹੁ ਬਤਾਏ, ਜੋ ਲੁੱਟਿਆ ਸਾਨੂੰ ਸਭ ਦੱਸਣਾ ਕਰੋ, ਤੇ ਅਸੀਂ ਉਹੀ ਮੇਰੇ ਤਾਂ ਹੀ ਆਪ ਜੀ ਹੁਕਮ ਕਰੋ ਕੀ ਕੀ ਇੱਥੋਂ ਗਾਇਬ ਹੋਇਆ ਹੈ। ਤਿਨ ਤੇ ਲੈ ਦੇਵੋ ਪਹੁੰਚਾਏ, ਇਹਨਾਂ ਤੋਂ ਖੋਹ ਕੇ ਮਹਾਰਾਜ ਤੁਹਾਡਾ ਸਾਰਾ ਸਮਾਨ ਮੈਂ ਪਹੁੰਚਾ ਦੇਵਾਂਗਾ। ਰਾਵਰ ਮਹਿਮਾ ਤੇ ਅਨਜਾਨ, ਇਹ ਮੂਰਖ ਫੌਜ ਸਾਡੀ ਜਿਹੜੀ ਹੰਕਾਰੀ ਤੁਰਕ ਜਾਣਦੇ ਨਹੀਂ ਸੀ ਤੁਹਾਡੀ ਕਿੱਡੀ ਮਹਿਮਾ ਹੈ, ਤੁਹਾਡੀ ਮਹਿਮਾ ਜਿਹੜੀ ਅਜਮਤ ਤੋਂ ਇਹ ਸਭ ਅਣਜਾਣ ਸਨ। ਕਰੀ ਅਵਗਿਆ ਮੂਢ ਮਹਾਨ, ਇਹ ਵੱਡੇ ਮੂਰਖਾਂ ਤੁਹਾਡਾ ਭਾਰੀ ਅਵਗਿਆ ਕੀਤੀ ਡੇਰਾ ਲੁੱਟ ਕੇ। ਭਨਤ ਖਾਨ ਕੇ ਇਸ ਵਿਦ ਬੈਨ, ਜਦੋਂ ਇਸ ਖਾਨ ਅਨਾਇਤ ਖਾਂ ਸੂਬਾ ਲਾਹੌਰ ਨੇ ਵਾਰ-ਵਾਰ ਮਹਾਂਪੁਰਸ਼ਾਂ ਤਾਈਂ ਬੇਨਤੀ ਕੀਤੀ ਹੈ, ਬਾਜਨ ਕੀ ਦਿਸ ਥੇ ਤਬ ਨੈਨ। ਤੇ ਉਹ ਸਮੇਂ ਜਿਹੜੇ ਵਾ ਨਾ ਇੱਥੇ ਜਿੱਥੇ ਬਾਜ ਬਹਿੰਦੇ ਸੀਗੇ ਮਹਾਂਪੁਰਸ਼ਾਂ ਦੇ ਆਸਣ ਦੇ ਸਾਹਮਣੇ, ਉਧਰ ਵਾਲੀ ਮਹਾਂਪੁਰਸ਼ਾਂ ਦੀ ਨਿਗਾਹ ਸੀਗੀ, ਭਾਵ ਕਿ ਉਧਰ ਵੇਖ ਹੀ ਰਹੇ ਸੀ। ਜਦੋਂ ਇਹ ਦੱਸ ਪਈ ਵੀ ਤੁਹਾਡਾ ਡੇਰਾ ਲੁੱਟਿਆ ਸਾਡੇ ਵੱਲੋਂ, ਤੋ ਇਹ ਬਾਜਾਂ ਵਾਲੇ ਪਾਸੇ ਵੇਖ ਰਹੇ ਸੀਗੇ ਬਾਬਾ ਰਾਮ ਕੋਇਰ ਜੀ, ਭਾਵ ਜਿਹੜੇ ਬਾਜ ਉੱਡਣ ਵਾਲੇ ਸ਼ਿਕਾਰੀ ਸਨ। ਤਿਨ ਕਹ ਦੇਖਤ ਬਾਕ ਬਖਾਨਾ, ਤੇ ਜਦੋਂ ਬਾਜ ਅੱਡੇ ਨਾ ਦਿਸੇ ਤੇ ਉਧਰ ਵੇਖ ਕੇ ਬਾਬਾ ਰਾਮ ਕੋਇਰ ਜੀ ਬੋਲੇ ਅਨਾਇਤ ਖਾਨ ਤਾਈਂ, ਹਮਰੇ ਬਾਜ ਹੋਤੇ ਇਸ ਥਾਨਾ। ਕਹਿੰਦੇ ਹੋਰ ਤਾਂ ਨਹੀਂ ਪਤਾ, ਇੱਥੇ ਬਾਜ ਸੀ ਸਾਡੇ ਜਿਹੜੇ ਸ਼ਿਕਾਰੀ ਸਨ, ਬਾਜ ਇੱਥੇ ਬੈਠੇ ਹੁੰਦੇ ਰੋਜ਼। ਲੈ ਗਮਨਤ ਨਿਤ ਬ੍ਰਿਤ ਅਖੇਰੀ, ਤੇ ਅਸੀਂ ਆ ਜਿਹੜੀ ਵਾ ਅਖੇਰੀ ਸ਼ਿਕਾਰ ਬਿਰਤੀ ਕਰਕੇ ਇਹਨਾਂ ਨੂੰ ਲੈ ਕੇ ਬਾਹਰ ਚਲੇ ਜਾਂਦੇ ਸੀ ਨਿਤ। ਇਨ ਕੀ ਰੇਸ਼ਮ ਡੋਰ ਲਮੇਰੀ, ਜਿਨ੍ਹਾਂ ਦੇ ਪਾਸ ਜਿਨ੍ਹਾਂ ਨੂੰ ਰੇਸ਼ਮ ਦੀਆਂ ਡੋਰਾਂ ਬਾਜਾਂ ਨੂੰ ਪਾਈਆਂ ਹੋਈਆਂ ਸਨ ਸੁੰਦਰ। ਆਡੇ ਇਨ ਬੈਠਨ ਕੇ ਜੋਏ, ਇਹਨਾਂ ਦੇ ਬਹਿਣ ਵਾਲੀ ਚਾਂਦੀ ਦੇ ਮੜੇ ਹੋਏ ਅੱਡੇ ਸੀਗੇ ਜਿੱਥੇ ਬਾਜ ਆ ਕੇ ਬੈਠਿਆ ਕਰਦੇ ਸੀ। ਸੋ ਲਟ ਗਏ ਨਾ ਦਿਖੀਤ ਕੋਏ, ਆ ਬਾਜ ਤਾਂ ਉੱਡ ਗਏ ਹੋਣੇ, ਪਰ ਕਹਿੰਦੇ ਸਾਨੂੰ ਸਾਡੇ ਅੱਡੇ ਨਹੀਂ ਦਿਸਦੇ, ਬਾਜਾਂ ਦੇ ਬੈਠਣ ਵਾਲੇ ਕਿੱਥੇ ਹਨ। ਆਡੇ ਡੋਰਾਂ ਦੇ ਹੋ ਮੰਗਾਏ, ਕਹਿੰਦੇ ਆ ਜਿਹੜੇ ਅੱਡੇ ਆ ਨਾ ਬਾਜਾਂ ਦੇ ਤੇ ਡੋਰਾਂ ਰੇਸ਼ਮ ਦੀਆਂ ਸਾਨੀਆਂ ਇਹੀ ਲੁੱਟੀਆਂ ਕੱਲੀਆਂ, ਸਾਨੂੰ ਮੰਗਾ ਦੇਵੋ ਫੌਜ ਤੋਂ ਜੇ ਲੈ ਕੇ ਹੀ ਦੇਣਾ। ਤੇ ਬਾਜਾਂ ਦੇ ਅੱਡੇ ਹੀ ਲੁੱਟੇ ਆ ਕੱਲੇ, ਜਾਂ ਡੋਰਾਂ ਜੀਆਂ ਲੁੱਟੀਆਂ ਰੇਸ਼ਮ ਦੀਆਂ, ਇਹ ਆਪਦੀ ਫੌਜ ਤੋਂ ਤੂੰ ਅਨਾਇਤ ਖਾਂ ਸਾਨੂੰ ਜਿਹੜਾ ਵਾਪਸ ਕਰਵਾ ਦੇ। ਜੇ ਤੁਮਰੇ ਕਹਿਬੇ ਮਹਿ ਆਏ, ਜੇ ਤੇਰੇ ਕਹਿਣੇ ਵਿੱਚ ਤੇਰੀ ਫੌਜ ਜੇ ਮੰਨਦੀ ਤੇਰੀ ਕੋਈ ਗੱਲ ਤਾਂ। ਸੁਨਤ ਖਾਨ ਬਿਗਸਿਓ ਬਿਸਮਾਇਓ, ਇਹ ਜਿਹੜਾ ਖਾਨ ਅਨਾਇਤ ਹੈ ਵੇਖ ਕੇ ਮਹਾਂਪੁਰਸ਼ਾਂ ਦੇ ਬਚਨ ਸੁਣੇ, ਜਦੋਂ ਵੀ ਸਾਰੇ ਡੇਰੇ 'ਚ ਰਿਹਾ ਕੱਖ ਵੀ ਨਹੀਂ, ਪਰ ਕੱਲੇ ਬਾਜਾਂ ਦੇ ਅੱਡੇ ਹੀ ਨਜ਼ਰੀ ਪਏ ਤੇ ਉਹਦਾ ਹੀ ਨਾਮ ਲੈਤਾ। ਵੇਖ ਕੇ ਨਾਲੇ ਹੱਸਦਾ ਵਾ ਤੇ ਬੜਾ ਹੀ ਹੈਰਾਨ ਹੁੰਦਾ ਹੈ। ਦੇਖਾ ਕਸ ਮਨ ਕੁਛ ਨਹਿ ਲਿਆਇਓ, ਤੋ ਇਸ ਪ੍ਰਕਾਰ ਜਿਹੜਾ ਵਾ ਇਹੋ ਜਿਹਾ ਹੈਰਾਨ ਹੁੰਦਾ ਵਾ। ਕਹਿੰਦੇ ਹੱਦ ਹੋ ਗਈ, ਇਸ ਸਾਧੂ ਦੇ ਮਨ ਵਿੱਚ ਕੁਝ ਵੀ ਨਹੀਂ ਆਇਆ। ਡੇਰੇ 'ਚ ਅਸੀਂ ਛੱਡੇ ਹੀ ਕੱਖ ਨਹੀਂ, ਪਰ ਇਹਨਾਂ ਦੇ ਮਨ ਵਿੱਚ ਕੁਝ ਵੀ ਨਹੀਂ, ਕੱਲੇ ਬਾਜਾਂ ਦੇ ਅੱਡਿਆਂ ਤੇ ਬਿਰਤੀ ਇਹਨਾਂ ਦੀ ਟਿਕੀ ਹੈ, ਭਾਵ ਜਿੱਧਰ ਨਿਗਾਹ ਗਈ ਉਹੀ ਵਸਤੂ ਦਿਸੀ ਹੈ। ਲੱਖ ਕਾ ਧਨ ਕਰਤੇ ਗਇਓ, ਇਹਨਾਂ ਦੇ ਘਰ ਤੋਂ ਲੱਖਾਂ ਦਾ ਧਨ ਸਾਜੋ ਸਮਾਨ ਚੋਰੀ ਹੋ ਗਿਆ ਹੈ। ਹਿਰਦੇ ਵਿਕਾਰ ਨਾ ਤਿਸ ਤੇ ਭਇਓ, ਪਰ ਇਹਨਾਂ ਦਾ ਮਨ ਜਿਹੜੇ ਮਾਸਾ ਵੀ ਵਿਕਾਰ ਇਸ ਭਾਵ ਕੇ ਦੇ ਨਾਲ ਲਿਪਤ ਨਹੀਂ, ਇਸ ਪਾਸੇ ਬਿਰਤੀ ਨਹੀਂ ਆਈ ਵੀ ਕਿੰਨਾ ਕੁਝ ਲੁੱਟਿਆ ਹੈ ਮੁਗਲਾਂ ਨੇ। ਦ੍ਰਿਸ਼ਟ ਅਗਾਰੀ ਜੋ ਨਹਿ ਪਾਈ, ਆ ਜਿਹੜੀ ਦ੍ਰਿਸ਼ਟੀ ਦੇ ਅੱਗੇ ਦਾ ਵਸਤੂ ਦੇਖ ਲਈ ਨਹੀਂ ਦਿਸੀ, ਅੱਖਾਂ ਅੱਗੇ ਜਿਹੜੀ ਨੇਤਰ ਦ੍ਰਿਸ਼ਟੀ ਮਾਰਿਆਂ ਕੋ ਵਸਤੂ ਦਿਸੀ ਨਾ, ਜਿਵੇਂ ਬਾਜਾਂ ਦੇ ਅੱਡੇ ਹਨ। ਸੋ ਲਟ ਗਈ ਹਿਰਦੇ ਐਮ ਆਈ, ਇਹ ਸਾਧੂ ਦੇ ਮਨ ਵਿੱਚ ਕੱਲੀ ਇੰਨੀ ਆਈ। ਅਨਾਇਤ ਖਾਂ ਸੋਚਦਾ ਹੈ ਵੀ ਇਹਨੂੰ ਇਉਂ ਲੱਗਦਾ ਮਹਾਂਪੁਰਸ਼ਾਂ ਨੂੰ ਵੀ ਕੱਲੇ ਅੱਡੇ ਹੀ ਲੁੱਟੇ ਵਾ, ਕਿਉਂਕਿ ਅੱਖਾਂ ਅੱਡਿਆਂ ਵੱਲ ਹੀ ਵੇਖ ਰਹੀਆਂ, ਹੋਰ ਪਾਸੇ ਨਿਗਾਹ ਮਾਰੀ ਹੋਈ ਨਹੀਂ, ਅੱਡੇ ਦਿਸੇ ਨਹੀਂ, ਤੇ ਕਹਿ ਦਿੱਤਾ ਸਾਡੇ ਬਾਜਾਂ ਦੇ ਅੱਡੇ ਲੁੱਟੇ ਗਏ ਆ। ਵੇਖ ਕੇ ਬੜਾ ਹੈਰਾਨ ਹੁੰਦਾ ਹੈ ਸੂਬਾ ਲਾਹੌਰ। ਅਪਰ ਵਸਤ ਕੀ ਸੁਧ ਨਹਿ ਜਾਨੀ, ਕਹਿੰਦੇ ਹੋਰ ਭਾਈ ਇਹਨਾਂ ਕੋਈ ਵੀ ਖਬਰ ਨਹੀਂ ਜਾਣੀ ਵੀ ਡੇਰੇ ਚੋਂ ਲੱਖਾਂ ਦਾ ਸਮਾਨ ਅਸੀਂ ਲੁੱਟ ਕੇ ਲੈ ਗਏ ਹਾਂ। ਬ੍ਰਿਤ ਸਮਾਨ ਮਹਿਦ ਬ੍ਰਹਮ ਗਿਆਨੀ, ਇਹਨਾਂ ਦੀ ਬੜੀ ਵੱਡੀ ਬਿਰਤੀ ਬ੍ਰਹਮ ਗਿਆਨ ਵਿੱਚ, ਵੱਡੇ ਬ੍ਰਹਮ ਗਿਆਨ ਵਿੱਚ ਬਿਰਤੀ ਇਹਨਾਂ ਦੀ ਟਿਕੀ ਹੋਈ ਹੈ। ਮਹਿਮਾ ਮਹਾ ਜਾਣ ਕਰ ਖਾਨ, ਇਉਂ ਅਨਾਇਤ ਖਾਂ ਸੂਬੇ ਲਾਹੌਰ ਨੇ ਬੜੀ ਮਹਿਮਾ ਜਾਣਨਾ ਕੀਤੀ ਹੈ ਬਾਬਾ ਰਾਮ ਕੋਇਰ ਜੀਆਂ ਦੀ। ਬੰਦ ਪਾਣ ਜੁਗ ਕਰਤ ਬਖਾਨ, ਦੋਵੇਂ ਹੱਥ ਜੋੜ ਕੇ ਇਹ ਸੂਬਾ ਲਾਹੌਰ ਬੋਲਿਆ ਹੈ।
ਕਿਰਪਾ ਠਾਣ ਮੁਝ ਸਾਥ ਚਲੀਜੈ। ਕਹਿੰਦਾ ਹੈ ਬਾਬਾ ਰਾਮ ਕੌਰ ਜੀ ਮਹਾਂਪੁਰਸ਼ੋ ਸਾਡੇ ਤੇ ਕਿਰਪਾ ਕਰੋ ਤੇ ਸਾਡੇ ਨਾਲ ਚੱਲਣਾ ਕਰੋ। ਲਵਪੁਰ ਕੇਤਕ ਦਿਵਸ ਬਸੀਜੈ। ਤੇ ਤੁਸੀਂ ਲਾਹੌਰ ਵਿੱਚ ਮਹਾਰਾਜ ਕੁਝ ਦਿਨ ਚਰਨ ਪਾ ਕੇ ਪਵਿੱਤਰ ਕਰੋ, ਕੁਝ ਦਿਨ ਬਤੀਤ ਕਰੋ ਲਾਹੌਰ ਸ਼ਹਿਰ ਵਿੱਚ। ਜਬ ਇੱਛਾਪਨ ਹੋਏ ਹਟ ਆਵਹ। ਜਦੋਂ ਤੁਹਾਡੀ ਇੱਛਾ ਹੋਵੇਗੀ ਉਥੋਂ ਆਉਣ ਦੀ ਤੇ ਉਦੋਂ ਹੀ ਆ ਜਾਣਾ ਵਾਪਸ, ਕੁਝ ਸਮੇਂ ਵਾਸਤੇ ਲਾਹੌਰ ਨੂੰ ਤਾਰਨਾ ਕਰੋ। ਕਦਮ ਆਪਨੇ ਮੁਝ ਘਰ ਪਾਵਹ। ਤੇ ਮਹਾਰਾਜ ਗਰੀਬ ਦੇ ਘਰ ਵਿੱਚ ਆਪ ਆਪਣੇ ਚਰਨ ਪਾਓ ਤੇ ਮੇਰਾ ਘਰ ਪਵਿੱਤਰ ਕਰ ਦੇਵੋ। ਇਤਿਆਦਿਕ ਬਹ ਬਿਨੈ ਉਚਾਰ। ਇਸ ਤੋਂ ਆਦਿਕ ਹੋਰ ਬੜੀਆਂ ਬੇਨਤੀਆਂ ਅਨਾਇਤ ਖਾਂ ਬਾਬਾ ਰਾਮ ਕੌਰ ਜੀਆਂ ਦੇ ਚਰਨੀ ਕਰਦਾ ਹੈ। ਲੈ ਸੰਗ ਚੱਲਿਓ ਹੋਏ ਅਸਵਾਰ। ਤੇ ਬੜੀ ਬੇਨਤੀਆਂ ਕਰਕੇ ਬੜੀ ਸ਼ਰਧਾ ਪ੍ਰੇਮ ਦੇ ਨਾਲ ਧੰਨ ਬਾਬਾ ਰਾਮ ਕੌਰ ਜੀਆਂ ਨੂੰ ਇਹ ਜਿਹੜਾ ਵਾ ਅਨਾਇਤ ਖਾਂ ਸੂਬਾ ਲਾਹੌਰ ਨਾਲ ਲੈ ਚੱਲਿਆ ਹੈ। ਦੋਹਰਾ ਬਿਨ ਲਗਾਮ ਅਸ ਬਲੀ ਪਰ। ਤੇ ਜੇ ਉੱਥੇ ਖਾਲਸਾ ਜੀ ਜਿਹੜੀ ਬੜੀ ਬੜੀ ਘੋੜੀ ਸੀਗੀ ਜਿਹੜੀ ਉਹਦੇ ਲਗਾਮ ਕੋਈ ਪਾਈ ਨਹੀਂ। ਰਾਮ ਕੋਇਰ ਆਰੂੜ। ਤੇ ਬਾਬਾ ਰਾਮ ਕੌਰ ਜੀ ਬਿਨਾ ਲਗਾਮ ਪਾਈ ਤੋਂ ਹੀ ਉਸ ਘੋੜੀ ਦੇ ਉੱਪਰ ਜਾ ਚੜੇ ਹਨ। ਇੱਕ ਦਿਸ ਕਰ ਦੋਨਹ ਚਰਨ। ਤੇ ਬੈਠੇ ਵੀ ਕਿਵੇਂ ਦੋਵੇਂ ਲੱਤਾਂ ਇੱਕੇ ਪਾਸੇ ਕਰ ਲਈਆਂ, ਐ ਦੋ ਲੱਤਾਂ ਇੱਕੇ ਪਾਸੇ ਕਰਕੇ ਘੋੜੀ ਤੇ ਬੈਠ ਗਏ। ਬੜੀ ਅਥਰੀ ਭਾਵ ਆਪ ਮੁਹਾਰੀ ਘੋੜੀ ਸੀਗੀ ਜਿਹਦੇ ਉੱਪਰ ਬੈਠੇ ਆ। ਬੈਠਿਓ ਜਿਸ ਮਤ ਗੂੜ। ਜਿਨ੍ਹਾਂ ਦਾ ਮਤਾ ਭਾਵ ਕਿ ਮਤ ਜਿਹੜੀ ਬੜੀ ਗੂੜ ਗੁੱਝੇ ਗਿਆਨ ਵਿੱਚ ਰੁੱਝੀ ਹੋਈ ਸੀ। ਚਾ ਪਈ ਦੇਖ ਤੁਰਕ ਗਨ ਬਿਸਮੈ ਭਏ। ਆ ਤੁਰਕਾਂ ਦੀ ਫੌਜ ਜਿੰਨੀ ਖੜੀ ਵੇਖਦੀ ਬਾਬਾ ਰਾਮ ਕੌਰ ਜੀ ਬਿਨਾ ਲਗਾਮ ਵਾਲੀ ਘੋੜੀ ਤੋਂ ਬੈਠੇ ਵੀ ਇੱਕੇ ਪਾਸੇ ਲੱਤਾਂ ਕਰ ਤੇ ਵੇਖ ਕੇ ਜਦੋਂ ਚਰਨ ਇੱਕੇ ਪਾਸੇ ਕੀਤੇ ਤੇ ਸਾਰੀ ਜਿਹੜੀ ਵਾ ਫੌਜਦਾਰ ਸਭ ਹੈਰਾਨ ਹੁੰਦੇ ਆ। ਇੱਕ ਦਿਸ ਚਰਨ ਅਡੋਲ ਗਤ ਲਏ। ਕਹਿੰਦੇ ਆ ਵੀ ਇਹ ਤਾਂ ਇੱਕ ਦਿਸ ਚਰਨ ਕਰਕੇ ਬਹਿ ਗਏ ਵਾ ਤੇ ਬੈਠੇ ਵੀ ਡੋਲਣ ਤੋਂ ਰਹਿਤ ਸਥਿਤੀ ਵਿੱਚ ਹਨ। ਰਾਮਾ ਦਾਸ ਸਾਥ ਤਬ ਖਾਨ। ਤੇ ਰਾਮਾ ਦਾਸ ਜਿਹੜਾ ਸੀ ਨਾ ਉਹ ਰਾਮਾ ਦਾਸ ਸੀਗਾ ਮਹਾਂਪੁਰਸ਼ਾਂ ਦਾ ਸੇਵਕ ਜਿਹੜਾ ਉਹਦੇ ਤਾਂ ਹੀ ਜਿਹੜਾ ਖਾਨ ਅਨਾਇਤ ਹੈ ਬੋਲਿਆ ਹੈ। ਬੂਝਣ ਲੱਗਿਓ ਮਨ ਹੈਰਾਨ। ਮਨ ਵਿੱਚ ਹੈਰਾਨ ਹੁੰਦਾ ਹੋਇਆ ਤੇ ਪੁੱਛਣ ਲੱਗਿਆ ਅਨਾਇਤ ਖਾਂ ਭਾਈ ਰਾਮਾ ਜੀ ਦੇ ਤਾਈ ਕਿਮ ਅਰੂੜ ਇਹ ਭਏ ਤੁਰੰਗ। ਕਹਿੰਦੇ ਭਾਈ ਆ ਕਿਵੇਂ ਘੋੜੇ ਤੇ ਚੜ ਗਏ ਆ ਮਹਾਂਪੁਰਸ਼ ਬਿਨਾ ਲਗਾਮਾਂ ਵਾਲੇ ਘੋੜੇ ਤੋਂ ਤੇ ਇੱਕੇ ਪਾਸੇ ਲੱਤਾਂ ਕਰ ਬੈਠੇ ਆ। ਗਿਰਨਾ ਪਰ ਹੈ ਹੋਏ ਭੰਗ ਅਨਾ ਅੰਗ। ਕਹਿੰਦੇ ਸਰੀਰ ਭਾਰਾ ਕਿਤੇ ਡਿੱਗ ਨਾ ਜਾਣ ਤੇ ਕਿਤੇ ਸਰੀਰ ਦਾ ਕੋਈ ਅੰਗ ਹੱਥ ਪੈਰ ਨਾ ਇਹਨਾਂ ਦਾ ਟੁੱਟ ਜਾਵੇ। ਨਹਿ ਲਗਾਮ ਮੁਖ ਦੀਨ ਸਜਾਹੂ। ਤੇ ਨਾ ਹੀ ਕਿਤੇ ਘੋੜੀ ਦੇ ਇਹਨਾਂ ਮੁਖ ਵਿੱਚ ਕੋਈ ਲਗਾਮ ਦਿੱਤੀ ਹੈ। ਬਿਨਾ ਲਗਾਮ ਤੋਂ ਘੋੜੀ ਤੇ ਇੱਕੇ ਪਾਸੇ ਲੱਤਾਂ ਕਰ ਬਹਿ ਗਏ ਆ। ਦਿਖੀਅਤ ਬਲੀ ਮਹਾ ਇਹ ਬਾਹੂ। ਤੇ ਨਾਲੇ ਆ ਘੋੜੀ ਵੀ ਜਿਹੜੀ ਬੜੀ ਬੜੀ ਦਿਸਦੀ ਵਾ ਜਿਹੜੀ ਵਾ ਉਹ ਆਪ ਮੁਹਾਰੀ ਘੋੜੀ ਦਿਸਦੀ ਹੈ ਵੇਖਣ ਨੂੰ। ਤਬ ਰਾਮੇ ਨੇ ਸਕਲ ਬਤਾਈ। ਭਾਈ ਰਾਮਾ ਜੀ ਜਿਹੜੇ ਬਾਬਾ ਰਾਮ ਕੌਰ ਜੀਆਂ ਦੇ ਸਿੱਖ ਸੇਵਕ ਜਿਹੜੇ ਵਾ ਭਾਵਨਾ ਟਹਿਲ ਕਰਨ ਵਾਲੇ ਇਹ ਫਿਰ ਦੱਸਦੇ ਵਾ ਅਨਾਇਤ ਖਾਂ ਸੂਬੇ ਲਾਹੌਰ ਨੂੰ। ਇਹੋ ਨਿਤ ਐਸੇ ਕਰਤ ਚੜਾਈ। ਕਹਿੰਦੇ ਬਈ ਇਹ ਤਾਂ ਐਂ ਜਿਹੜੇ ਵਾ ਬਰਾਜਮਾਨ ਹੁੰਦੇ ਆ ਇਸ ਤਰ੍ਹਾਂ ਇੱਕੇ ਪਾਸੇ ਲੱਤਾਂ ਕਰਕੇ ਘੋੜੀ ਤੇ ਬੈਠ ਜਾਂਦੇ ਆ। ਬਿਨਾ ਲਗਾਮ ਭਜਾਵਹਿ ਘੋਰਾ। ਤੇ ਲਗਾਮ ਵੀ ਨਹੀਂ ਪਾਉਂਦੇ ਤੇ ਭਜਾਉਂਦੇ ਵੀ ਘੋੜੀ ਨੂੰ ਬਹੁਤ ਤੇਜ਼ ਹਨ। ਕਰਹਿ ਅਖੇਰ ਬ੍ਰਿਤ ਚਾਹ ਓਰਾ। ਤੇ ਸ਼ਿਕਾਰ ਬਿਰਤੀ ਕਰਕੇ ਚੌਂ ਪਾਸੇ ਦ੍ਰਿਸ਼ਟੀ ਵੀ ਰੱਖਦੇ ਵਾ ਜਦੋਂ ਬਾਹਰ ਸ਼ਿਕਾਰ ਨੂੰ ਚੜ੍ਹਦੇ ਹਨ। ਦੋਏ ਦਿਸ ਜਾਂਘ ਕਬਹਿ ਲਟਕਨ ਤੇ। ਤੇ ਇਸ ਪ੍ਰਕਾਰ ਜਿਹੜਾ ਵਾ ਦੋਵੇਂ ਪਾਸੇ ਭਾਵ ਇੱਕੇ ਪਾਸੇ ਜਿਹੜੇ ਪੈਰ ਇਸੇ ਤਰ੍ਹਾਂ ਹੀ ਲਟਕਾ ਕੇ ਬਹਿ ਜਾਂਦੇ ਆ। ਨਾਹੇ ਤਾਂ ਇੱਕ ਦਿਸ ਚਰਨ ਕਰਨ ਤੇ। ਭਾਵ ਕਿ ਕਦੇ ਹੋਵੇ ਤੇ ਜਿਹੜਾ ਦੋ ਪਾਸੇ ਲੱਤਾਂ ਕਰ ਬਹਿ ਜਾਣ ਨੇ ਤਾਂ ਅਕਸਰ ਇੱਕੇ ਪਾਸੇ ਚਰਨ ਕਰਕੇ ਘੋੜੀ ਤੇ ਚੜ ਜਾਂਦੇ ਬੇਲਗਾਮੀ ਘੋੜੀ ਉੱਪਰ। ਬਿਸਮਹਿ ਖਾਨ ਬਾਤ ਸੁਣ ਕਰਕੇ। ਤੇ ਭਾਈ ਰਾਮੇ ਦੀ ਗੱਲ ਸੁਣ ਕੇ ਜਿਹੜਾ ਅਨਾਇਤ ਖਾਂ ਬੜਾ ਹੈਰਾਨ ਹੁੰਦਾ ਹੈ। ਔਰ ਮਹਿ ਸੰਸੈ ਰਹਿਓ ਵਿਚਰ ਕੇ। ਤੇ ਮਨ ਵਿੱਚ ਸੰਸਾ ਜਿਹਾ ਕਰਦਾ ਵੈ ਵਿਚਾਰ ਜੀ ਮਨ ਵਿੱਚ ਕਰਕੇ। ਤੇ ਮਹੀ ਚੜ੍ਹੇ ਆਏ ਲਵਪੁਰ ਮੈਂ। ਬਾਬਾ ਰਾਮ ਕੌਰ ਜੀ ਇਸੇ ਤਰੀਕੇ ਪਾਸੇ ਲੱਤਾਂ ਕਰ ਚਰਨ ਕਰ ਤੇ ਉਧਰ ਬੇਲਗਾਮੀ ਘੋੜੀ ਤੇ ਚੜੇ ਹੋਏ ਚੜੇ ਚੜਾਏ ਇੱਥੇ ਲਾਹੌਰ ਇਹਦੇ ਨਾਲ ਆ ਗਏ ਆ। ਡੇਰਾ ਦੀਨਸ ਸੁੰਦਰ ਘਰ ਮੈਂ। ਤੇ ਇਹ ਜਿਹੜਾ ਵਾ ਅਨਾਇਤ ਖਾਂ ਇਸ ਮੁਗਲ ਨੇ ਬੜਾ ਸੁੰਦਰ ਡੇਰਾ ਦਿੱਤਾ ਰਹਿਣ ਨੂੰ ਭਾਵ ਕਿ ਸੁੰਦਰ ਘਰ ਦਿੱਤਾ ਸਤਪੁਰਖਾਂ ਦੇ ਤਾਈ। ਸਰਬ ਭਾਂਤ ਕੀ ਸੇਵ ਕਰਾਈ। ਹਰ ਤਰ੍ਹਾਂ ਦੀ ਸੇਵਾ ਮਹਾਂਪੁਰਸ਼ਾਂ ਦੀ ਇਸਨੇ ਕੀਤੀ ਵਾ ਹਰ ਤਰ੍ਹਾਂ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ। ਲੁੱਟੀ
ਲੁੱਟੀ ਵਸਤ ਜੋ ਸਭ ਫਿਰਵਾਈ। ਜਿੰਨੀ ਵਸਤੂ ਲੁੱਟੀ ਸੀ ਰਮਦਾਸ ਡੇਰੇ ਚੋਂ ਸਾਰੀ ਦੀ ਸਾਰੀ ਵਾਪਸ ਦਵਾਈ ਐ। ਜਹ ਜਹ ਗਈ ਸਹੀ ਕਰ ਸਾਰੀ। ਜੇ ਕੋਈ ਘਰੇ ਵੀ ਲੈ ਗਿਆ ਸੀ ਉਹ ਸੈਨਾਪਤੀ ਜਾਂ ਕੋਈ ਸੈਨਾ ਦਾ ਕੋਈ ਫੌਜਦਾਰ ਲੁੱਟ ਦਾ ਮਲ ਸਾਰਾ ਹੀ ਤਸਦੀਕ ਕਰਕੇ ਚੰਗੀ ਤਰ੍ਹਾਂ ਖੋਜ ਕੇ ਦਵਾਉਣਾ ਕੀਤਾ। ਸਭ ਸਤਿਪੁਰਖਾਂ ਦੇ ਚਰਨੀ ਹਾਜ਼ਰ ਕੀਤਾ। ਲਈ ਮੰਗਾਏ ਖਾਨ ਬਲ ਭਾਰੀ। ਜਿਹੜਾ ਇਹ ਬੜੀ ਤਾਕਤ ਵਾਲਾ ਅਨਾਇਤ ਖਾਂ ਸੂਬਾ ਲਾਹੌਰ ਵੈ ਨੇ ਦਬਕੇ ਨਾਲ ਸਭ ਪਾਸੋਂ ਵਸਤੂਆਂ ਮੰਗਵਾ ਲਈਆਂ ਹਨ। ਗ੍ਰਾਮ ਵਿਖੈ ਸੋ ਦਈ ਪੁਚਾਏ। ਤੇ ਬਾਬਾ ਰਾਮਕੌਰ ਜੀਆਂ ਦੇ ਰਮਦਾਸ ਨਗਰ ਵਿੱਚ ਸਾਰੀਆਂ ਵਸਤੂਆਂ ਘਲਾ ਦਿੱਤੀਆਂ, ਪਹੁੰਚਾ ਦਿੱਤੀਆਂ। ਅਪਰਾਧਨ ਕੋ ਦਈ ਸਜਾਏ। ਤੇ ਜਿਹੜੇ ਵੈ ਉਹ ਅਪਰਾਧੀ ਜਿਹੜੇ ਜਿੰਨੇ ਸੀਗੇ ਉਹ ਸਾਰੇ ਦੇ ਸਾਰੇ ਇਹਨਾਂ ਨੂੰ ਸਾਰਿਆਂ ਨੂੰ ਦੰਡ ਦਿੱਤਾ ਜਿਨ੍ਹਾਂ ਨੇ ਰਮਦਾਸ ਨਗਰ ਤੇ ਮਹਾਂਪੁਰਸ਼ ਬਾਬਾ ਰਾਮਕੌਰ ਜੀਆਂ ਦਾ ਡੇਰਾ ਲੁੱਟਿਆ ਸੀ। ਇਹਨਾਂ ਸਾਰਿਆਂ ਦੇ ਤਾਂ ਹੀ ਫਿਰ ਬੜਾ ਭਾਰੀ ਏ ਅਨਾਇਤ ਖਾਨ ਨੇ ਦੰਡ ਦਿੱਤਾ, ਕਿਉਂਕਿ ਜਾਣਦਾ ਸੀ ਸਤਿਪੁਰਖਾਂ ਦੇ ਉਹ ਪ੍ਰਤਾਪ ਦੇ ਤਾਂ ਹੀ। ਤੋ ਇਹ ਖਾਲਸਾ ਜੀ ਉਹ ਬਾਬਾ ਰਾਮਕੌਰ ਜੀਆਂ ਦਾ ਪ੍ਰਸੰਗ ਜਿਹੜਾ ਆ ਰਿਹਾ ਅੱਗੇ, ਜਿਵੇਂ ਫਿਰ ਕਵੀ ਸੰਤੋਖ ਸਿੰਘ ਜੀ ਇਹ ਸਾਰਾ ਪ੍ਰਸੰਗ ਤੋਂ ਉਪਰੰਤ ਜਿਹੜੀ ਹੈ ਉਹ ਅਗਲੀ ਜਿਹੜੀ ਕਥਾ ਅਗਲਾ ਪ੍ਰਸੰਗ ਖਾਲਸਾ ਜੀ ਜੋ ਇਹ ਫਿਰ ਕਿਵੇਂ ਕਵੀ ਜੀ ਫਿਰ ਇਸ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਲਿਖਣਾ ਆਰੰਭ ਕਰਦੇ ਵਾ। ਬਾਬਾ ਰਾਮਕੌਰ ਜੀਆਂ ਨੇ ਫਿਰ ਜਿਹੜਾ ਇਤਿਹਾਸ ਸੁਣਾਇਆ ਉਹ ਸਾਰੇ ਦਾ ਸਾਰਾ ਇਤਿਹਾਸ ਜਿਹੜਾ ਹੈ ਉਹ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਨੇ ਕਲਮਬੰਦ ਕੀਤਾ ਛੰਦਾਬੰਦੀ ਅੰਦਰ। ਉਹ ਜਿਵੇਂ ਇਤਿਹਾਸ ਅੱਗੇ ਆਉਂਦਾ ਹੈ ਨਿਤਾ ਪ੍ਰਤੀ ਭਾਈ ਹਾਜ਼ਰੀਆਂ ਪਰ ਸ਼ਰਵਣ ਕਰੋ। ਅੱਗੇ ਜਿਵੇਂ ਕੱਲ ਦੇ ਦੀਵਾਨ ਵਿੱਚ ਉਹ ਰਹਿੰਦਾ ਪ੍ਰਸੰਗ ਇਸ ਚੌਥੇ ਅੰਸੂ ਦਾ ਆਵੇਗਾ ਜਦੇ ਬਾਬਾ ਰਾਮਕੌਰ ਜੀਆਂ ਨੂੰ ਫਿਰ ਪਠਾਨ ਇਹ ਵਾਹਿਗੁਰੂ ਇਨਾਇਤ ਖਾਂ ਫੌਜਦਾਰ ਜਿਹੜਾ ਵੈ ਜਾਂ ਸੂਬਾ ਹੈ ਲਾਹੌਰ ਦਾ ਇਹਨੇ ਪਰਖਣਾ ਚਾਹਿਆ ਵੀ ਕੱਲੀ ਆਪਦੀ ਘੋੜੀ ਸਿਖਾਈ ਨਾ ਹੋਵੇ ਕਿਤੇ ਜਿਹਦੇ ਤੇ ਇੱਕ ਪਾਸੇ ਲੱਤਾਂ ਕਰ ਬਹਿ ਜਾਂਦੇ ਚਰਨ ਕਰਕੇ ਲਗਾਮ ਬਿਨਾ ਪਕੜੀ ਤੋਂ। ਇਹਨੇ ਬੜੀ ਖਾਲਸਾ ਜੀ ਆਪ ਮੁਹਾਰਾ ਘੋੜਾ ਜਿਹੜਾ ਵਾ ਜਾਂ ਘੋੜੀ ਉਹ ਬਾਬਾ ਰਾਮਕੌਰ ਜੀਆਂ ਨੂੰ ਜਦੋਂ ਲਾਹੌਰੋਂ ਵਾਪਸ ਆਏ ਤੇ ਉਹ ਦੇ ਦਿੱਤੀ ਸੀ ਵੀ ਵੇਖਦੇ ਆਂ ਵੀ ਇਹ ਜਿਹੜੀ ਕਿਸੇ ਤੋਂ ਵੀ ਖਾਲਸਾ ਜੀ ਉਹ ਬੱਝਿਆਂ ਵੀ ਜਾਂ ਸਖਾਲੀ ਜਿਹੜੇ ਹੁੰਦੇ ਸਿਖਾਉਣ ਵਾਲੇ ਉਹਨਾਂ ਤੋਂ ਵੀ ਤਬੇਲਚੀਆਂ ਤੋਂ ਵੀ ਸੂਤ ਨਹੀਂ ਸੀ ਆਉਂਦੀ, ਸਾਰੇ ਉਹਦੀ ਸਵਾਰੀ ਕਰਨ ਤੋਂ ਡਰਦੇ ਸੀ। ਜਦੇ ਹੀ ਬਾਬਾ ਰਾਮਕੌਰ ਜੀ ਮਹਾਂਪੁਰਸ਼ ਉਹਦੇ ਉੱਪਰ ਬੈਠੇ ਹੋਂ ਚੱਲੇ ਜਿਵੇਂ ਬੜੇ ਚਿਰ ਦੀ ਸਿਖਾਈ ਹੁੰਦੀ ਹੈ। ਫਿਰ ਉਹਦੇ ਤੇ ਵੀ ਇੱਕੇ ਪਾਸੇ ਚਰਨ ਕਰਕੇ ਬਿਨਾਂ ਲਗਾਮ ਪਕੜੀ ਤੋਂ ਹੀ ਤੁਰ ਪਏ ਲਾਹੌਰ ਨੂੰ। ਸਭ ਫੌਜ ਵੇਖ ਕੇ ਧੰਨ ਧੰਨ ਕਰ ਉੱਠੀ ਵੀ ਇਹੋ ਜਿਹੇ ਸਤਿਪੁਰਖ ਐਡੀ ਕਲਾ ਵਰਤਦੀ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਅੰਦਰ। ਇਹੋ ਜਿਹੇ ਤਤ ਬੇਤੇ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਕਮਾਈ ਵੈ। ਧੰਨ ਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਹੀ ਸਰੂਪ ਹੋ ਗਏ ਆ ਬਾਬਾ ਰਾਮਕੌਰ ਜੀਆਂ ਵਰਗੇ ਸਤਿਪੁਰਖ। ਅੱਗੇ ਜਿਵੇਂ ਉਹ ਪ੍ਰਸੰਗ ਆਉਂਦਾ ਆਪਾਂ ਰਲ ਮਿਲ ਕਰਕੇ ਵਿਚਾਰਾਂਗੇ ਸ਼ਰਵਣ ਕਰਾਂਗੇ। ਇੱਥੇ ਸਮਾਪਤੀ ਸਮਾਂ ਹੋਇਆ। ਗੁਰੂ ਅੰਗਦ ਦੇਵ ਜੀ ਮਹਾਰਾਜ ਆਪ ਸਭ ਸੰਗਤਾਂ ਦੇ ਦਰ ਹਾਜ਼ਰੀ ਪ੍ਰਵਾਨ ਕਰਨ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਭੁੱਲਾਂ ਦੀ ਖਿਮਾ ਜੀ। ਜਹ ਜਹ ਗਈ ਸਹੀ ਕਰ ਸਾਰੀ ਲਈ ਮੰਗਾਏ ਖਾਨ ਬਲ ਭਾਰੀ। ਗ੍ਰਾਮ ਵਿਖੈ ਸੋ ਦਈ ਪੁਚਾਏ ਅਪਰਾਧਨ ਕੋ ਦਈ ਸਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अघनाश। हे पूरन हे सर्व मैं दुख भंजन गुणतास। हे संगी हे निरंकार हे निर्गुण सब टेक। हे गोविंद हे गुण निधान जाकै सदा विवेक। हे अपरंपर हर हरे है पी हो बनहार। हे संत कै सदा संग निधार आधार। हे ठाकुर हौ दास रो मैं निर्गुण गुण नहीं कोय। नानक दीजै नाम दान राखा ही परो। आए प्रभ शरणागति कृपा निध दयाल। एक अखर हर मन बसत नानक होत निहाल। कथा निता प्रत होत है सुन हस सिंह सुजान।
ਨਿਸ਼ਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਜੋ ਸਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।